ਅੱਜ ਅਸੀਂ ਦੂਜੀ ਪੌੜੀ ਦੀ ਵਿਚਾਰ ਆਰੰਭ ਕਰ ਰਹੇ ਹਾਂ ਤੇ ਇਹ ਦੂਜੀ ਪੌੜੀ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ 2 ਸ਼ਲੋਕ ਨੇ ਔਰ ਇੱਕ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਤੇ ਇਹਨਾਂ ਸ਼ਲੋਕਾਂ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਐਸੇ ਇੱਕ ਜੀਵਨ ਦੀ ਜੁਗਤ ਜਿਸ ਜੀਵਨ ਜੁਗਤ ਨੂੰ ਅਪਣਾ ਕੇ ਸਾਡੀ ਜ਼ਿੰਦਗੀ ਦੇ ਅੰਦਰ ਵਿਸ਼ਾਲਤਾ ਆਏਗੀ। ਆਮ ਜੋ ਮਨੁੱਖ ਹੈ ਉਹਦੇ ਜੀਵਨ ਦੇ ਅੰਦਰ ਪ੍ਰੋਬਲਮ ਕੀ ਹੈ ਕਿ ਉਹਦਾ ਕੋਈ ਗੋਲ ਨਹੀਂ, ਉਹਦਾ ਕੋਈ ਏਮ ਨਹੀਂ, ਤੇ ਜੋ ਏਮਲੈਸ ਜ਼ਿੰਦਗੀ ਹੈ ਉਹ ਬਹੁਤ ਦੁਖਦਾਈ ਹੈ। ਏਮਲੈਸ ਜ਼ਿੰਦਗੀ ਉਸ ਕਿਸ਼ਤੀ ਦੀ ਤਰ੍ਹਾਂ ਹੈ ਜਿਸ ਕਿਸ਼ਤੀ ਨੂੰ ਸਮੁੰਦਰ ਦੇ ਅੰਦਰ ਛੱਡ ਦਿੱਤਾ ਗਿਆ ਹੈ, ਪਰ ਉਸ ਕਿਸ਼ਤੀ ਦੇ ਅੰਦਰ ਨਾ ਕੋਈ ਮਲਾਹ ਹੈ, ਨਾ ਇੰਜਨ ਹੈ ਤੇ ਨਾ ਚੱਪੂ ਨੇ। ਹੁਣ ਉਹ ਕਿਸ਼ਤੀ ਕਿੱਥੇ ਜਾਏਗੀ? 2 ਲਹਿਰਾਂ ਆਉਣਗੀਆਂ ਇਧਰ ਨੂੰ ਲੈ ਜਾਣਗੀਆਂ, 2 ਲਹਿਰਾਂ ਆਉਣਗੀਆਂ ਇਧਰ ਨੂੰ ਲੈ ਜਾਣਗੀਆਂ, ਆਖਿਰ ਉਹ ਕਿਸ਼ਤੀ ਕਿਸੇ ਘੁੰਮਣ ਘੇਰੀ ਦੇ ਅੰਦਰ ਫਸ ਕੇ ਡੁੱਬ ਜਾਏਗੀ। ਇਸੇ ਤਰ੍ਹਾਂ ਜਿਸ ਮਨੁੱਖ ਦਾ ਜ਼ਿੰਦਗੀ ਦੇ ਅੰਦਰ ਆਪਣਾ ਕੋਈ ਗੋਲ ਨਹੀਂ, ਕੋਈ ਏਮ ਨਹੀਂ, ਉਹਦੀ ਜ਼ਿੰਦਗੀ ਉਸ ਕਿਸ਼ਤੀ ਵਰਗੀ ਹੈ। ਇਸ ਲਈ ਸਾਡਾ ਗੋਲ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਗੋਲ ਛੋਟਾ ਨਹੀਂ, ਬਹੁਤ ਵੱਡਾ। ਰਾਜਨੀਤਿਕ, ਅਸੀਂ ਰਾਜਨੀਤੀ ਕੈਸੀ ਚਾਹੁੰਦੇ ਹਾਂ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਸਾਡਾ ਕੀ ਗੋਲ ਹੈ, ਇਹ ਗੋਲ ਹੋਣਾ ਬਹੁਤ ਜ਼ਰੂਰੀ ਹੈ। ਔਰ ਉਹ ਜੋ ਗੋਲ ਤੇ ਅਸੀਂ ਪਹੁੰਚਾਂਗੇ ਉਹ ਤਾਂ ਪਹੁੰਚ ਪਾਵਾਂਗੇ ਜੇ ਸਾਡੇ ਕੋਲ ਸਾਧਨ ਸਹੀ ਹੋਣਗੇ, ਔਰ ਦੂਜੇ ਨੰਬਰ ਤੇ ਤਾਂ ਪਹੁੰਚ ਪਾਵਾਂਗੇ ਜੇ ਸਾਡੀ ਡਾਇਰੈਕਸ਼ਨ ਠੀਕ ਹੋਏਗੀ। ਜੇ ਅਸੀਂ ਕਿਸੇ ਨਿਯਮ ਦੇ ਅੰਦਰ ਚੱਲਾਂਗੇ, ਜੇ ਅਸੀਂ ਕਿਸੇ ਨਿਯਮ ਦੇ ਅੰਦਰ ਨਹੀਂ ਚੱਲਦੇ ਤਾਂ ਫਿਰ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਨਹੀਂ ਹੋਏਗਾ, ਉਹਦੇ ਅੰਦਰੋਂ ਸੁੱਖ ਨਹੀਂ ਉਪਜੇਗਾ। ਤਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਹਿਲਾਂ ਸਮਝਾਇਆ ਹੈ ਕਿ ਇਹ ਪੂਰੇ ਬ੍ਰਹਿਮੰਡ ਵੱਲ ਇੱਕ ਝਾਤ ਮਾਰੋ। ਇਹ ਸਾਰੇ ਦਾ ਸਾਰਾ ਬ੍ਰਹਿਮੰਡ, ਦੁਨੀਆ ਦੀ ਹਰ ਨਿੱਕੀ ਵੱਡੀ ਸ਼ੈ ਕਿਸੇ ਖਾਸ ਨੇਮ ਦੇ ਅੰਦਰ ਚੱਲ ਰਹੀ ਹੈ। ਔਰ ਨਾਲ ਸਾਨੂੰ ਸਮਝਾਇਆ ਹੈ ਕਿ ਪ੍ਰਭੂ ਦੇ ਇਸ ਸੰਸਾਰ ਦੇ ਅੰਦਰ ਰੰਚਕ ਮਾਤਰ ਵੀ ਕੋਈ ਉਕਾਈ ਨਹੀਂ ਹੈ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਸ਼ਲੋਕ ਮਹਿਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਸੱਚੇ ਦਾ ਮਤਲਬ ਸਦਾ ਫਿਰ ਰਹਿਣ ਵਾਲੇ, ਔਰ ਖੰਡ ਦਾ ਮਤਲਬ ਸ੍ਰਿਸ਼ਟੀ ਦੇ ਹਿੱਸੇ, ਔਰ ਲੋ ਦਾ ਮਤਲਬ ਜਿਹੜੇ ਲੋਕ ਨੇ, ਜਿਹੜੇ ਬਹੁਤ ਸਾਰੇ ਮੰਨੇ ਗਏ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਜੋ ਇਹ ਸ੍ਰਿਸ਼ਟੀ ਦੇ ਟੁਕੜੇ ਨੇ, ਜਜ਼ੀਰੇ ਨੇ ਔਰ ਬ੍ਰਹਿਮੰਡ ਨੇ, ਅਨੰਤ ਬ੍ਰਹਿਮੰਡ, ਇਹ ਸਾਰੇ ਸੱਚੇ ਨੇ। ਹੁਣ ਸੱਚੇ ਦਾ ਮਤਲਬ, ਸੱਚਾ ਬੰਦਾ ਉਹ ਹੁੰਦਾ ਹੈ ਜਿਸ ਦੇ ਅੰਦਰ ਕੋਈ ਉਕਾਈ ਨਾ ਹੋਵੇ। ਕਿ ਹੇ ਸੱਚੇ ਪ੍ਰਭੂ, ਇਹ ਜਿੰਨੇ ਵੀ ਖੰਡ ਮੰਡਲ ਬ੍ਰਹਿਮੰਡ ਨੇ ਇਹ ਸਾਰੇ ਸੱਚੇ ਨੇ, ਭਾਵ ਉਕਾਈ ਤੋਂ ਰਹਿਤ ਨੇ, ਇਹਨਾਂ ਦੇ ਅੰਦਰ ਕੋਈ ਉਕਾਈ ਨਹੀਂ ਹੈ। ਇਹ ਕਿਸੇ ਖਾਸ ਨੇਮ ਦੇ ਅੰਦਰ ਕੰਮ ਕਰ ਰਹੇ ਨੇ। ਔਰ ਇਹ ਹਕੀਕਤ ਹੈ। ਇਸ ਦੁਨੀਆ ਨੂੰ ਅਸੀਂ ਦੇਖਦੇ ਹਾਂ ਕਿ ਧਰਤੀ ਜੋ ਘੁੰਮ ਰਹੀ ਹੈ ਆਪਣੀ ਕਿਸੇ ਸਪੀਡ ਦੇ ਅੰਦਰ ਘੁੰਮ ਰਹੀ ਹੈ, ਸੂਰਜ ਦੇ ਚੁਫੇਰੇ। ਧਰਤੀ ਆਪਣੇ ਧੁਰੇ ਦੇ ਉੱਤੇ ਘੁੰਮ ਰਹੀ ਹੈ ਤਾਂ ਕਿਸੇ ਵਿਸ਼ੇਸ਼ ਸਪੀਡ ਅੰਦਰ ਘੁੰਮ ਰਹੀ ਹੈ। ਚੰਦਰਮਾ ਘੁੰਮ ਰਿਹਾ ਹੈ, ਉਹਦੀ ਸਪੀਡ ਹੈ। ਇੱਥੇ ਅਨੰਤ ਖੰਡ ਮੰਡਲ ਬ੍ਰਹਿਮੰਡ, ਗ੍ਰਹਿ ਨਕਸ਼ਤਰ, ਤਾਰੇ ਸਿਆਰੇ ਸਿਤਾਰੇ ਕੁਆਂਟਲੀਆਂ ਲੈ ਰਹੇ ਨੇ, ਕਿਸੇ ਨਿਯਮ ਦੇ ਅੰਦਰ ਲੈ ਰਹੇ ਨੇ। ਜੇ ਨਿਯਮ ਨਾ ਹੋਵੇ, ਜੇ ਟਾਈਮਿੰਗ ਨਾ ਹੋਏ ਤਾਂ ਸਾਰੇ ਆਪਸ ਦੇ ਵਿੱਚ ਟਕਰਾ ਜਾਂਦੇ। ਹਰ ਚੀਜ਼ ਦੀ ਟਾਈਮਿੰਗ ਨੇਮਬੱਧ ਹੈ, ਇਹਦੇ ਅੰਦਰ ਕੋਈ ਉਕਾਈ ਨਹੀਂ ਹੈ। ਤੁਸੀਂ ਇਹ ਦੇਖੋਗੇ, ਫਸਲਾਂ ਪੈਦਾ ਹੋ ਰਹੀਆਂ ਨੇ ਤਾਂ ਕਿਸੇ ਨਿਯਮ ਦੇ ਅੰਦਰ ਪੈਦਾ ਹੋ ਰਹੀਆਂ ਨੇ। ਜੀਵ ਜੰਤ ਪੈਦਾ ਹੋ ਰਹੇ ਨੇ ਕਿਸੇ ਨਿਯਮ ਦੇ ਅੰਦਰ। ਤੇਰੇ ਇਸ ਖੰਡ ਮੰਡਲ ਬ੍ਰਹਿਮੰਡਾਂ ਦਾ ਜੋ ਇਹ ਸਿਲਸਿਲਾ ਹੈ, ਇੱਕ ਸੱਚਾ ਹੈ। ਸੱਚੇ ਦਾ ਮਤਲਬ ਉਕਾਈ ਤੋਂ ਰਹਿਤ ਹੈ। ਕਈ ਵਾਰ ਸਾਨੂੰ ਉਕਾਈ ਦਿਸਦੀ ਹੈ, ਉਹਦਾ ਰੀਜਨ ਹੈ ਕਿ ਸਾਡੀ ਸੋਚ ਸੀਮਤ ਹੈ। ਕਿਵੇਂ? ਇੱਕ ਨਿੱਕੀ ਜੀ ਮੈਂ ਕਹਾਣੀ ਸੁਣਾਵਾਂ। ਇੱਕ ਬੰਦਾ ਬੋਰਡ ਦੇ ਪੇੜ ਦੇ ਥੱਲੇ ਸੁੱਤਾ ਹੋਇਆ ਸੀ, ਆਰਾਮ ਕਰ ਰਿਹਾ ਸੀ ਮੰਜੇ।
ਨਾਲ ਹੀ ਇੱਕ ਦੁਆਣਿਆਂ ਦਾ, ਤਰਬੂਜਾਂ ਦਾ ਖੇਤ ਸੀ। ਵੱਡੇ ਵੱਡੇ ਦੁਆਣੇ ਲੱਗੇ, 5-5 7-7 ਕਿਲੋ ਦੇ, 10-10 ਕਿਲੋ ਦੇ ਦੁਆਣੇ। ਇਹਨੇ ਬੋਰਡ ਵੱਲ ਝਾਤੀ ਮਾਰੀ ਤੇ ਉੱਤੇ ਨਿੱਕੀਆਂ ਨਿੱਕੀਆਂ ਗੋਲਾਂ ਲੱਗੀਆਂ ਤੇ ਇਹਦੇ ਮਨ ਦੇ ਅੰਦਰ ਆਈ ਕਿ ਰੱਬ ਦੇ ਇਸ ਸੰਸਾਰ ਦੇ ਅੰਦਰ ਉਕਾਈ ਹੈ। ਰੱਬ ਨੂੰ ਭੁਲੇਖਾ ਲੱਗ ਗਿਆ, ਕੁਦਰਤ ਨੂੰ। ਦੇਖੋ ਆ ਮਾੜੀਆਂ ਮਾੜੀਆਂ ਵੱਲਾਂ ਨੇ, ਇਹਨਾਂ ਨਾਲ 7-7 8-8 ਕਿਲੋ ਦੇ ਦੁਆਣੇ ਲੱਗੇ ਨੇ, ਏਡਾ ਵੱਡਾ ਬੋਰਡ ਹੈ, ਉਹਨੂੰ ਨਿੱਕੀਆਂ ਨਿੱਕੀਆਂ ਗੋਲਾਂ ਲੱਗੀਆਂ ਹੋਈਆਂ ਨੇ। ਕਿੰਨਾ ਚੰਗਾ ਹੁੰਦਾ ਕਿ ਇਸ ਬੋਰਡ ਦੇ ਉੱਤੇ ਵੱਡੇ ਵੱਡੇ ਦੁਹਾਣੇ ਲੱਗੇ ਹੁੰਦੇ, ਕਿੰਨੇ ਚੰਗੇ ਲੱਗਦੇ। ਤੇ ਇਹਨਾਂ ਵੱਲਾਂ ਦੇ ਨਾਲ ਨਿੱਕੀਆਂ ਨਿੱਕੀਆਂ ਗੋਲਾਂ ਲੱਗੀਆਂ ਹੁੰਦੀਆਂ। ਹਾਲੇ ਇਹ ਸੋਚ ਰਿਹਾ ਸੀ ਤੇ ਉੱਤੋਂ ਇੱਕ ਗੋਲ ਟੁੱਟੀ ਨਿੱਕੀ ਜੀ ਇਹਦੇ ਨੱਕ ਦੇ ਉੱਤੇ ਆਣ ਕੇ ਵੱਜੀ ਤੇ ਹੱਸਣ ਲੱਗ ਪਿਆ ਤੇ ਸ਼ੁਕਰਾਨਾ ਕੀਤਾ, ਸ਼ੁਕਰ ਹੈ ਪ੍ਰਭੂ ਤੇ ਦੁਹਾਣੇ ਨਹੀਂ ਲੱਗੇ, ਤੂੰ ਜੋ ਕੀਤਾ ਠੀਕ ਕੀਤਾ। ਜੇ ਉੱਤੋਂ ਦੁਹਾਣਾ ਡਿੱਗਦਾ ਤੇ ਕੀ ਹੋਣਾ ਸੀ। ਯਾਨੀ ਸਾਨੂੰ ਉਕਾਈ ਲੱਗਦੀ ਹੈ ਕਈ ਵਾਰ, ਪਰ ਹੁੰਦੀ ਨਹੀਂ। ਰੱਬ ਦੀ ਇਸ ਕਾਇਨਾਤ ਦੇ ਅੰਦਰ, ਕੁਦਰਤ ਦੇ ਅੰਦਰ ਹਰ ਸ਼ੈ ਨੇਮਬੱਧ ਹੈ, ਸੱਚੀ ਹੈ, ਯਾਨੀ ਉਕਾਈ ਤੋਂ ਰਹਿਤ ਹੈ। ਸੱਚੇ ਤੇਰੇ ਲੋ, ਸੱਚੇ ਆਕਾਰ। ਲੋ ਦਾ ਮਤਲਬ ਜਿਵੇਂ ਕਈਆਂ ਨੇ 3 ਲੋਕ ਮੰਨੇ ਨੇ, ਕਈਆਂ ਨੇ 14 ਲੋਕ ਮੰਨੇ ਨੇ, ਇਹ ਲੋਕਾਂ ਦੀ ਮਨੋਤ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿੰਨੇ ਵੀ ਲੋਕ ਨੇ ਉਹ ਸਭ ਸੱਚੇ ਨੇ, ਯਾਨੀ ਉਹਨਾਂ ਦੇ ਵਿੱਚ ਕੋਈ ਉਕਾਈ ਨਹੀਂ। ਤੇ ਜਿੰਨੇ ਵੀ ਆਕਾਰ ਪੈਦਾ ਹੋ ਰਹੇ ਨੇ, ਚਾਹੇ ਉਹ ਧਰਤੀ ਦਾ ਆਕਾਰ ਹੈ ਜਾਂ ਜੀਵ ਜੰਤਾਂ ਦਾ ਆਕਾਰ ਹੈ, ਵਨਸਪਤੀ ਦਾ ਆਕਾਰ ਹੈ, ਪਸ਼ੂ ਪੰਛੀਆਂ ਦਾ ਆਕਾਰ ਹੈ, ਜਾਂ ਸਾਡੇ ਆ ਸਰੀਰ ਦੇ ਆਕਾਰ ਨੇ ਜੋ ਵੀ ਪੈਦਾ ਹੋ ਰਹੇ ਨੇ, ਇਹਨਾਂ ਦੇ ਵਿੱਚ ਕੋਈ ਕਮੀ ਨਹੀਂ, ਇੱਕ ਨੇਮ ਦੇ ਅੰਦਰ ਹੋ ਰਹੇ ਨੇ, ਇਹਨਾਂ ਵਿੱਚ ਕੋਈ ਉਕਾਈ ਨਹੀਂ ਹੈ। ਤੇ ਜਦੋਂ ਕੋਈ ਕਿਤੇ ਉਕਾਈ ਹੁੰਦੀ ਹੈ ਉਦੋਂ ਸਰੀਰ ਬਿਮਾਰ ਹੋ ਜਾਂਦਾ ਹੈ। ਉਕਾਈ ਤੋਂ ਰਹਿਤ ਹੈ ਸਾਰਾ ਸਿਲਸਿਲਾ। ਉਕਾਈ ਤੋਂ ਰਹਿਤ ਭਾਵ ਕਿਸੇ ਖਾਸ ਨਿਯਮ ਦੇ ਅੰਦਰ ਇਹ ਸਾਰਾ ਸੰਸਾਰ ਕਾਰਜਸ਼ੀਲ ਹੈ, ਔਰ ਸਾਰੇ ਸੰਸਾਰ ਦੀ ਉਤਪਤੀ, ਪਾਲਣਾ, ਲੈਤਾ ਔਰ ਸੰਚਾਲਨ ਕਿਸੇ ਖਾਸ ਨਿਯਮਾਂ ਦੇ ਅੰਦਰ ਹੋ ਰਿਹਾ ਹੈ। ਇਹਨਾਂ ਦੇ ਅੰਦਰ ਕੋਈ ਉਕਾਈ ਨਹੀਂ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ। ਕਰਨੇ ਦਾ ਮਤਲਬ ਹੈਗਾ ਜੋ ਵੀ ਤੇਰੇ ਕੀਤੇ ਹੋਏ ਕਰਮ ਨੇ ਉਹ ਸਭ ਸੱਚੇ ਨੇ, ਤੇਰੇ ਕੰਮ ਸੱਚੇ ਨੇ, ਤੇਰੇ ਕੰਮਾਂ ਦੇ ਅੰਦਰ ਕੋਈ ਉਕਾਈ ਨਹੀਂ। ਕੰਮ ਦਾ ਮਤਲਬ ਜੋ ਵੀ ਇਸ ਸੰਸਾਰ ਦੇ ਅੰਦਰ ਬਣਿਆ ਹੈ, ਜੋ ਵੀ ਇਸ ਕੁਦਰਤ ਦੇ ਅੰਦਰ ਹੋ ਰਿਹਾ ਹੈ, ਉਹ ਕਿਸੇ ਖਾਸ ਨਿਯਮ ਦੇ ਅੰਦਰ ਹੋ ਰਿਹਾ ਹੈ, ਉਹਦੇ ਅੰਦਰ ਕੋਈ ਉਕਾਈ ਨਹੀਂ ਹੈ। ਔਰ ਤੇਰੇ ਜੋ ਵਿਚਾਰ ਨੇ ਉਹ ਸਭ ਨਾਸ਼ ਰਹਿਤ ਨੇ, ਉਹ ਸੱਚੇ ਨੇ। ਜੋ ਅਸੀਂ ਤੇਰੇ ਬਾਰੇ ਵਿਚਾਰ ਕਰਦੇ ਹਾਂ ਜਾਂ ਇਸ ਕੁਦਰਤ ਬਾਰੇ ਜੋ ਵਿਚਾਰ ਕਰਦੇ ਹਾਂ ਤਾਂ ਉਹ ਸੱਚੀ ਹੈ, ਯਾਨੀ ਉਹ ਸੱਚ ਦੇ ਬੇਸ ਦੇ ਉੱਤੇ ਹੀ ਹੈ। ਜੋ ਅਸੀਂ ਜਦੋਂ ਇਹਦੀ ਕੁਦਰਤ ਦੀ ਕੋਈ ਵਿਚਾਰ ਕਰਾਂਗੇ ਔਰ ਅਸੀਂ ਉਹਨੂੰ ਵਿਚਾਰਾਂਗੇ, ਖੋਜਾਂਗੇ, ਤਾਂ ਫਿਰ ਪਾਵਾਂਗੇ ਕਿ ਉਹ ਬਿਲਕੁਲ ਸੱਚੀ ਉਤਰ ਰਹੀ ਹੈ, ਉਹ ਨੇਮ ਕੰਮ ਕਰ ਰਹੇ ਨੇ। ਜਿਵੇਂ ਆਪਾਂ ਪਿਛਲੀ ਵਾਰੀ ਵਿਚਾਰ ਕੀਤੀ ਸੀ ਕਿ ਆਕਾਸ਼ ਦੇ ਅੰਦਰ ਜਾਂ ਪੂਰੀ ਜਗ੍ਹਾ ਸੰਸਾਰ ਦੇ ਅੰਦਰ ਕੁਝ ਨੇਮ ਕੰਮ ਕਰ ਰਹੇ ਨੇ। ਸਾਇੰਸਦਾਨਾਂ ਨੇ, ਡਾਕਟਰਾਂ ਨੇ, ਇੰਜੀਨੀਅਰ ਵੀਰਾਂ ਨੇ ਉਹਨਾਂ ਨੇਮਾਂ ਨੂੰ ਸਮਝਿਆ ਹੈ ਔਰ ਉਹਨਾਂ ਨੇਮਾਂ ਨੂੰ ਸਮਝ ਕੇ ਇਸ ਸੰਸਾਰ ਦੇ ਅੰਦਰ ਬਹੁਤ ਕੁਝ ਬਣਾਇਆ ਹੈ। ਜਿਵੇਂ ਅਸੀਂ ਬਿਜਲੀ ਨੂੰ ਲੈ ਲਈਏ ਤਾਂ ਦੇਖੋ, ਜੇ ਅੱਜ ਅਸੀਂ ਬਿਜਲੀ ਨੂੰ ਆਪਣੀ ਜ਼ਿੰਦਗੀ ਚੋਂ ਲਾਂਭੇ ਕਰ ਦਈਏ ਤਾਂ ਸਾਡੇ ਪੱਲੇ ਕੁਝ ਵੀ ਨਹੀਂ ਬਚਣਾ। ਲਾਈਟ ਨੂੰ, ਬਿਜਲੀ ਨੂੰ ਇੱਕ ਪਾਸੇ ਕਰ ਦਿਓ, ਇਹ ਸਮਝ ਲਓ ਕਿ ਲਾਈਟ ਨਾ ਹੋਵੇ ਤੇ ਸਾਡਾ ਕੀ ਬਣੇਗਾ। ਲੇਕਿਨ ਲਾਈਟ ਕਿਵੇਂ ਖੋਜੀ ਗਈ? ਕਿਸੇ ਨੇ ਵੇਖਿਆ ਕਿ ਆ ਬੱਦਲ ਜਦੋਂ ਬਣਦੇ ਨੇ ਉਦੋਂ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਹੈ, ਆਵਾਜ਼ ਹੁੰਦੀ ਹੈ, ਚਾਨਣਾ ਵੀ ਹੁੰਦਾ ਹੈ। ਹੁਣ ਕਿੰਨੀ ਮੁੱਦਤ ਲੱਗੀ ਹੋਏਗੀ ਇਸ ਚੀਜ਼ ਨੂੰ ਸਮਝਣ ਦੀ ਕਿ ਨੈਗੇਟਿਵ ਔਰ ਪੋਜ਼ਿਟਿਵ ਬੱਦਲ ਟਕਰਾਉਂਦੇ ਨੇ ਤਾਂ ਬਿਜਲੀ ਬਣਦੀ ਹੈ। ਇਹ ਨੇਮ ਤਾਂ ਹੈ ਸੀ। ਵਿਗਿਆਨਕਾਂ ਨੇ ਇਸ ਨੇਮ ਦੀ ਖੋਜ ਕੀਤੀ, ਉਹਨੂੰ ਸਮਝਿਆ ਤੇ ਆ ਬਿਜਲੀ ਤਿਆਰ ਕਰ ਲਈ ਤੇ ਕਿੰਨਾ ਵੱਡਾ ਸਾਡੀ ਜ਼ਿੰਦਗੀ ਦਾ ਇੱਕ ਅੰਗ ਬਣ ਗਈ। ਇਸ ਲਈ ਕੁਦਰਤ ਬਾਰੇ ਜੋ ਵਿਚਾਰ ਕੀਤੇ ਜਾਣਗੇ ਉਹ ਵਿਚਾਰ ਵੀ ਸੱਚੇ ਹੋਣਗੇ ਔਰ ਸੱਚੇ ਵਿਚਾਰਾਂ ਰਾਹੀਂ ਹੀ ਸੱਚੇ ਨੂੰ ਸਮਝਿਆ ਜਾ ਸਕਦਾ ਹੈ। ਕਿਤੇ ਉਕਾਈ ਸਾਡੇ ਵਿਚਾਰਾਂ ਵਿੱਚ ਤਾਂ ਹੋ ਸਕਦੀ ਹੈ, ਲੇਕਿਨ ਕੁਦਰਤ ਸੱਚੀ ਹੈ, ਉਹਨੂੰ ਸੱਚੇ ਵਿਚਾਰਾਂ ਰਾਹੀਂ ਸਮਝਿਆ ਜਾ ਸਕਦਾ ਹੈ।
अगला वचन करते ने, सच्चा तेरा अमर सच्चा दीवान। अमर का मतलब हुक्म ते दीवान का मतलब है दरबार। तेरी बादशाही सच्ची है, सलामत है। और तेरा जो हुक्म है, हुक्म का मतलब हुक्म, रजा, भाना और लेख, इस सारे का मतलब है लॉ ऑफ नेचर। लॉ ऑफ नेचर कुदरत के बजवें नियम, या असी सिस्टम कह सकते हैं। जिस सिस्टम के अंदर, जिन्हां नियमां के अंदर यह संसार चल रहा है, वो बिल्कुल सच्चे ने, वो उकाई तो रहत ने। ते जे इन्हां नियमां नूं समझ के जिंदगी जीवी जावे, समझ लो तुसी प्रभु की बादशाही विच जी रहे हो, क्योंकि ਉਹਦੇ नियम सच्चे ने, ਉਹਦੀ बादशाही सच्ची है। यानी वो जो एनर्जी कोई कहता है, जिसनों असी रब कह रहे हैं, एक ओंकार जो सारे जगत के अंदर समाया है, जिस करके संसार की उत्पत्ति, लैता, पालना और संचालन हुंदा है, वो सदैव है, उन्हें कदे खत्म नहीं होना। रब ने कदे मरना नहीं। रब काल तो रहत है, ते जिहड़ा काल तो रहत है, ਉਹਦਾ राज भी काल तो रहत है, ਉਹਦੇ नेम भी काल तो रहत है। रब आप उकाई तो रहत है, तो ਉਹਦੀ इस कायनात के अंदर जो नियम ने, वो भी उकाई तो रहत ने। ਜਦੋਂ ਅਸੀਂ ਉਹਨਾਂ ਦੀ सच्चाई ਨੂੰ ਸਮਝਦੇ ਹਾਂ, ਤਾਂ ਉਸ ਮੁਤਾਬਕ ਅਸੀਂ बहुत कुछ ਸਿਰਜਦੇ ਹਾਂ। सच्चा तेरा हुक्म, सच्चा फुरमान। हे प्रभु, तेरा जो फुरमान है, जो तेरा हुक्म है, वो भी सच्चा है, ਉਹਦੇ अंदर कोई उकाई नहीं है। ਤਾਂ ਸਾਨੂੰ सच्चे होने की ताकीद है। ਅਸੀਂ उस सच्चे के हुक्म के अंदर तुरना। देखो सानू इथों की शिक्षा मिल रही है कि ਅਸੀਂ ਜਿਵੇਂ ਕਿਸੇ ਗਵਰਨਮੈਂਟ ਦਾ ਹੁਕਮ ਹੈ, ਜੋ ਨੇਮ ਬਣਾਏ ਨੇ, ਕਾਨੂੰਨ ਨੇ, ਉਹਨਾਂ ਕਾਨੂੰਨਾਂ ਵਿੱਚ ਤੁਰਨਾ ਪੈਂਦਾ ਨਾ। ਹੁਣ ਆ ਕੋਰੋਨਾ ਵਾਇਰਸ ਸੀ, ਤੇ ਪੂਰੀ ਦੁਨੀਆ ਦੀਆਂ ਸਰਕਾਰਾਂ ਨੇ ਲੋਕਡਾਊਨ ਕੀਤਾ, ਇੱਕ ਨੇਮ ਬਣਾਇਆ, ਹੁਕਮ ਕੀਤਾ, ਤਾਂ ਸਰਕਾਰਾਂ ਦੇ ਹੁਕਮ ਨੂੰ ਪ੍ਰਜਾ ਨੂੰ ਮੰਨਣਾ ਪੈਣਾ। लॉकडाउन ਦੇ ਵਿੱਚ ਸਾਨੂੰ ਘਰਾਂ ਵਿੱਚ ਬਹਿਣਾ ਪੈਣਾ ਹੈ, ਔਰ ਬਹਿਣ ਦਾ ਸਾਨੂੰ ਫਾਇਦਾ ਹੈ, ਕਿਉਂਕਿ ਇਹਦੇ ਵਿੱਚ ਸਾਡੀ ਭਲਾਈ ਹੈ। ਇਹਦੇ ਵਿੱਚ ਸਾਡੀ ਭਲਾਈ ਹੈ। ਜੇ ਹੁਣ ਟ੍ਰੈਫਿਕ ਦੇ ਨਿਯਮ ਬਣਾਏ ਨੇ ਕਿ ਖੱਬੇ ਪਾਸੇ ਚੱਲੋ, ਹਰੀ ਬੱਤੀ ਤੇ ਤੁਰੋ, ਲਾਲ ਤੇ ਰੁਕੋ, ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨਾ ਸਾਡੇ ਭਲੇ ਵਿੱਚ ਹੈ। ਜੇ ਅਸੀਂ ਪਾਲਨ ਨਹੀਂ ਕਰਾਂਗੇ ਤਾਂ ਐਕਸੀਡੈਂਟ ਹੋਏਗਾ। ਜੇ ਅਸੀਂ ਹੁਣ ਲੋਕਡਾਊਨ ਦਾ ਪਾਲਨ ਨਾ ਕਰਦੇ ਤਾਂ ਕੋਰੋਨਾ ਨੇ ਹੋਰ ਕਿੰਨੀ ਮਹਾਮਾਰੀ ਹੋਰ ਫੈਲਦੀ, ਕਿਤਨੀਆਂ ਮੌਤਾਂ ਹੁਣ ਹੋਈਆਂ। ਤਾਂ ਜਦੋਂ ਅਸੀਂ ਕਿਸੇ ਹੁਕਮ ਨੂੰ ਤੋੜਦੇ ਹਾਂ, ਸਮਾਜ ਦੇ ਨਿਯਮਾਂ ਨੂੰ ਤੋੜਦੇ ਹਾਂ, ਧਰਮ ਦੇ ਨਿਯਮਾਂ ਨੂੰ ਤੋੜਦੇ ਹਾਂ, ਜ਼ਿੰਦਗੀ ਦੇ ਨਿਯਮਾਂ ਨੂੰ ਤੋੜਦੇ ਹਾਂ, ਪਰਿਵਾਰ ਦੇ ਨਿਯਮਾਂ ਨੂੰ ਤੋੜਦੇ ਹਾਂ, ਉਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਹੁੰਦਾ ਹੈ। ਤਾਂ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ, हे ਪ੍ਰਭੂ, ਤੇਰੇ ਜੋ ਨੇਮ ਨੇ ਸੰਸਾਰ ਦੇ, ਉਹ ਸੱਚੇ ਨੇ। ਤੇਰਾ ਹੁਕਮ, ਤੇਰਾ ਫੁਰਮਾਨ ਸੱਚਾ ਹੈ, ਉਹਦੇ ਵਿੱਚ ਕੋਈ ਉਕਾਈ ਨਹੀਂ ਹੈ। ਤਾਂ ਇਸ ਲਈ ਜੇ ਅਸੀਂ ਵੀ ਉਕਾਈ ਤੋਂ ਰਹਿਤ ਜ਼ਿੰਦਗੀ ਜੀਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਵੀ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜੀਣੀ ਚਾਹੀਦੀ। ਆਪਣੀ ਜ਼ਿੰਦਗੀ ਵਾਸਤੇ ਨਾ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਸਾਨੂੰ ਆਪਣੇ ਜੀਵਨ ਵਾਸਤੇ ਅਸੂਲ ਬਣਾਉਣੇ ਚਾਹੀਦੇ ਨੇ। ਜਿਵੇਂ ਦੁਨੀਆ ਦੀ ਹਰ ਸ਼ੈ ਨਿਯਮਬੱਧ ਹੈ, ਸਮੇਂ ਦੀ ਪਾਬੰਦ ਹੈ, ਤਾਂ ਸਾਨੂੰ ਵੀ ਸਮੇਂ ਦੇ ਪਾਬੰਦ ਹੋਣਾ ਚਾਹੀਦਾ ਹੈ। ਇਹ ਕੁਦਰਤ ਦਾ ਸਿਲਸਿਲਾ ਸੱਚਾ ਹੈ, ਤਾਂ ਸਾਨੂੰ ਵੀ ਮਨ, ਬਚਨ, ਕਰਮ ਕਰਕੇ ਸੱਚੇ ਔਰ ਈਮਾਨਦਾਰ ਬਣਨਾ ਚਾਹੀਦਾ ਹੈ। ਜਦੋਂ ਹਰ ਇਨਸਾਨ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਪੜ੍ਹੇ, ਅਨਪੜ੍ਹ, ਰਾਜਾ, ਪ੍ਰਜਾ, ਇਸਤਰੀਆਂ, ਪੁਰਸ਼, ਬੱਚੀਆਂ, ਬੱਚੇ, ਜਵਾਨ, ਬਜ਼ੁਰਗ, ਹਰ ਕੋਈ ਬੰਦਾ ਜਦੋਂ ਈਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇਗਾ, ਤਾਂ ਇਹ ਦੁਨੀਆ ਸੁਹਾਵਣਾ ਬਾਗ ਹੋ ਜਾਏਗੀ। ਉਹਦਾ ਫੁਰਮਾਨ ਸੱਚਾ ਹੈ, ਤਾਂ ਸਾਨੂੰ ਉਸ ਫੁਰਮਾਨ ਨੂੰ ਮੰਨਣਾ ਚਾਹੀਦਾ ਹੈ। ਜਿਵੇਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸੱਚੀ ਹੈ, ਤਾਂ ਸਾਨੂੰ ਗੁਰਬਾਣੀ ਅਨੁਸਾਰ ईमानदारी दे नाल जिंदगी जीनी चाहिए है, मन, बचन और कर्म करके। सच्चा तेरा कर्म, सच्चा निशान। कर्म का मतलब काम। हे प्रभु, तेरे जो काम ने, तेरा हर काम सच्चा है, तेरा हर काम उकाई तो रहत है। ते निशान का मतलब है राहदारी। जिवें ना इंडिया दे विच तुहानूं पता है, जो सारे मेरी उम्र दे वीर भरा बैठे तुसीं,
ਇੰਡੀਆ ਵਿੱਚ ਜਦੋਂ ਕੋਈ ਗਾਂ ਮੱਝ ਵੇਚਦਾ ਸੀ ਨਾ ਤੇ ਕਿਸੇ ਦੂਜੇ ਪਿੰਡ ਲੈ ਕੇ ਜਾਣੀ ਹੁੰਦੀ ਸੀ, ਤਾਂ ਉਸ ਪਿੰਡ ਦੇ ਲੰਬੜਦਾਰ ਤੋਂ ਜਾਂ ਸਰਪੰਚ ਤੋਂ ਔਰ ਉਸ ਮਾਲਕ ਤੋਂ ਲਿਖਵਾ ਲੈਂਦੇ ਸਨ ਕਿ ਮੈਂ ਫਲਾਣਾ ਤਾਕੀਦ ਕਰਦਾ ਹਾਂ ਕਿ ਇਹ ਮੱਝ ਕਾਲੇ ਰੰਗ ਦੀ ਇਹੋ ਜਿਹੇ ਦੇ ਸਿੰਘ ਨੇ, ਇਸ ਬੰਦੇ ਨੂੰ ਇੰਨੇ ਪੈਸੇ ਦੀ ਵੇਚੀ ਹੈ ਔਰ ਇਹ ਇਸ ਪਿੰਡ ਤੋਂ ਇਸ ਪਿੰਡ ਲੈ ਕੇ ਜਾ ਰਿਹਾ। ਉੱਥੇ 2 ਗਵਾਹ ਤੇ ਸਰਪੰਚ ਦੀ ਮੋਹਰ ਲਵਾ ਦਿੱਤੀ ਸੀ। ਉਹ ਇਸ ਕਰਕੇ ਸੀ ਕਿ ਰਾਹ ਦੇ ਵਿੱਚ ਲਿਜਾਂਦਿਆਂ ਕੋਈ ਬੰਦਾ ਇਹ ਨਾ ਸਮਝੇ ਕਿ ਚੋਰੀ ਦਾ ਸਮਾਨ ਲਿਆ ਰਿਹਾ ਹੈ। ਇਸ ਕਰਕੇ ਰਾਹਦਾਰੀ ਬਣਾਈ ਜਾਂਦੀ ਸੀ। ਜੇ ਰਾਹ 'ਚ ਕੋਈ ਪੁੱਛਦਾ ਸੀ ਤੇ ਉਹ ਵਿਖਾ ਦਿੰਦਾ ਸੀ ਕਿ ਰਾਹਦਾਰੀ ਹੈ, ਮੈਂ ਵੀ ਮੱਝ ਖਰੀਦ ਕੇ ਲਿਆਇਆ, ਉਹਨੂੰ ਅੱਗੇ ਜਾਣ ਦਿੰਦੇ ਸਨ। ਤਾਂ ਇਹਦਾ ਮਤਲਬ ਹੋਇਆ ਕਿ ਪ੍ਰਭੂ ਜੋ ਤੇਰਾ ਗਿਆਨ ਹੈ ਉਹ ਇੱਕ ਰਾਹਦਾਰੀ ਹੈ। ਜੇ ਸਾਨੂੰ ਰਾਸਤੇ ਦੇ ਵਿੱਚ ਕਿਤੇ ਕੋਈ ਅਟਕਾ ਆਉਂਦੀ ਹੈ ਨਾ, ਕੋਈ ਸਪੀਡ ਬ੍ਰੇਕਰ ਆਉਂਦਾ ਹੈ, ਸਾਡੀ ਜ਼ਿੰਦਗੀ ਦੇ ਅੰਦਰ ਕੋਈ ਪ੍ਰੋਬਲਮ ਆਉਂਦੀ ਹੈ, ਤਾਂ ਉੱਥੇ ਜੋ ਤੇਰਾ ਸੱਚਾ ਗਿਆਨ ਹੈ ਉਹ ਰਾਹਦਾਰੀ ਹੋਏਗੀ। ਭਾਵ ਕਿ ਸੱਚੇ ਗਿਆਨ ਰਾਹੀਂ ਉਸ ਸਮੱਸਿਆ ਨੂੰ ਸੋਲਵ ਕੀਤਾ ਜਾ ਸਕਦਾ ਹੈ। ਜਿੱਥੇ ਤੇਰੇ ਗੁਣ ਹੋਣਗੇ ਉੱਥੇ ਬੰਦੇ ਨੂੰ ਆਦਰ ਮਾਨ ਸਤਿਕਾਰ ਮਿਲੇਗਾ। ਇਹ ਰਾਹਦਾਰੀ ਹੈ। ਜਿਵੇਂ ਜਿਹ ਮਾਰਗ ਤੇਰਾ ਕੋ ਨਾ ਸਿਆਣੂ, ਜਿਸ ਜੀਵਨ ਸਫਰ ਦੇ ਅੰਦਰ ਤੇਰਾ ਕੋਈ ਪਛਾਣ ਕਰਨ ਵਾਲਾ ਨਹੀਂ, ਉੱਥੇ ਪ੍ਰਭੂ ਦਾ ਨਾਮ, ਪ੍ਰਭੂ ਦੇ ਗੁਣ ਤੇਰੀ ਪਛਾਣ ਬਣਨਗੇ। ਦੇਖੋ ਅਸੀਂ ਸਾਰੇ ਵੀਰ ਭੈਣਾਂ ਕਲਾਸ ਵਿੱਚ ਬੈਠੇ, ਕੋਈ ਇੰਡੀਆ ਤੋਂ, ਕੋਈ ਇੰਗਲੈਂਡ ਤੋਂ, ਕੋਈ ਕੈਨੇਡਾ ਤੋਂ, ਕਿੱਥੋਂ ਕਿੱਥੋਂ ਜੁੜੇ, ਸਾਰੇ ਅਲੱਗ-ਅਲੱਗ। ਹੁਣ ਸਾਡੀ ਆਪਸੀ ਕੋਈ ਰਿਸ਼ਤੇਦਾਰੀ ਤਾਂ ਹੈ ਨਹੀਂ, ਨਾ ਅਸੀਂ ਜੌਬ ਇਕੱਠੀ ਕਰਦੇ ਹਾਂ, ਲੇਕਿਨ ਸਾਡੀ ਭੈਣਾਂ ਭਰਾਵਾਂ ਵਰਗੀ ਪਛਾਣ ਬਣ ਗਈ ਨਾ। ਅਸੀਂ ਇੱਕ ਦੂਜੇ ਤੇ ਵਿਸ਼ਵਾਸ ਕਰ ਸਕਦੇ ਹਾਂ, ਇੱਕ ਦੂਜੇ ਨੂੰ ਭੈਣ ਭਰਾਵਾਂ ਦੀ ਤਰ੍ਹਾਂ ਮਿਲਾਂ ਵਰਤਾਂਗੇ। ਕਿਉਂ? ਕਿਉਂਕਿ ਸਾਡੀ ਪਹਿਚਾਣ ਗੁਰਬਾਣੀ ਕਰਕੇ ਬਣੀ। ਗੁਰਬਾਣੀ ਨੂੰ ਅਸੀਂ ਸਾਰੇ ਸਮਝਣਾ ਚਾਹੁੰਦੇ ਹਾਂ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ ਚਾਹੁੰਦੇ ਹਾਂ। ਪਹਿਚਾਣ ਬਣ ਗਈ ਨਾ। ਕਿਸੇ ਦੀ ਪਹਿਚਾਣ ਚੋਰ ਕਰਕੇ ਹੈ, ਕਿਸੇ ਦੀ ਪਹਿਚਾਣ ਠੱਗੀ ਕਰਕੇ ਹੈ, ਪਰ ਜਿੱਥੇ ਰੱਬ ਦੀ ਰਾਹਦਾਰੀ ਹੋਏਗੀ ਉੱਥੇ ਪਛਾਣ ਗੁਣਾ ਕਰਕੇ ਹੋਏਗੀ। ਤਾਂ ਹੇ ਪ੍ਰਭੂ, ਜੋ ਤੇਰੇ ਇਹ ਗੁਣ ਨੇ, ਜੋ ਤੇਰਾ ਸੱਚਾ ਗਿਆਨ ਹੈ, ਇਹ ਜੀਵਨ ਸਫਰ ਦੀ ਰਾਹਦਾਰੀ ਹੈ। ਇੱਥੇ ਕੋਈ ਦੁੱਖ, ਕੋਈ ਵਿਕਾਰ ਉਸ ਬੰਦੇ ਦੇ ਉੱਤੇ ਪ੍ਰਭਾਵ ਨਹੀਂ ਪਾ ਸਕਦਾ ਜਿਹਦੇ ਅੰਦਰ ਤੇਰੇ ਗੁਣ ਵਸੇ ਨੇ। ਸੱਚੇ ਤੁਧ ਆਖੇ ਲੱਖ ਕਰੋੜ, ਹੇ ਸੱਚੇ ਪ੍ਰਭੂ, ਲੱਖਾਂ ਕਰੋੜਾਂ ਲੋਕ ਤੈਨੂੰ ਆਖ ਰਹੇ ਨੇ, ਯਾਨੀ ਤੇਰੀ ਵਿਚਾਰ ਕਰ ਰਹੇ ਨੇ, ਇਸ ਕੁਦਰਤ ਦੇ ਅੰਦਰ ਜੀ ਰਹੇ ਨੇ, ਇਸ ਕੁਦਰਤ ਦੀ ਵਿਚਾਰ ਕਰ ਰਹੇ ਨੇ। ਲੱਖਾਂ ਕਰੋੜਾਂ ਲੋਕ ਨੇ ਜੋ ਤੇਰੇ ਬਾਰੇ ਵਿਚਾਰਾਂ ਕਰਦੇ, ਔਰ ਅਨੰਤ ਲੋਕ ਨੇ। ਹਕੀਕਤ ਹੈ ਕੁਛ ਲੋਕ ਨੇ ਜੋ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਨਾਸਤਕ ਵੀਰ ਭਰਾ ਨੇ, ਉਹ ਵੀ ਕੁਦਰਤ ਬਾਰੇ ਸੋਚਦੇ ਵਿਚਾਰ ਕਰਦੇ ਨੇ, ਔਰ ਜਿਹੜੇ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਉਹ ਵੀ ਨੇ, ਲੱਖਾਂ ਕਰੋੜਾਂ ਨੇ ਜੋ ਤੇਰੀ ਕੁਦਰਤ ਬਾਰੇ, ਤੇਰੇ ਬਾਰੇ ਵਿਚਾਰ ਕਰ ਰਹੇ ਨੇ। ਅਗਲਾ ਬਚਨ ਕਰਦੇ ਨੇ, ਸੱਚੀ ਤੇਰੀ ਸਿਫਤ ਸੱਚੀ ਸਲਾਹ। ਹੇ ਪ੍ਰਭੂ, ਤੇਰੀ ਸਿਫਤ ਸਲਾਹ ਸੱਚੀ ਹੈ, ਸਦਾ ਫਿਰ ਰਹਿਣ ਵਾਲੀ ਹੈ, ਔਰ ਜਿਸ ਦੇ ਹਿਰਦੇ ਵਿੱਚ ਤੇਰੀ ਸੱਚੀ ਸਿਫਤ ਸਲਾਹ ਵਸ ਜਾਏਗੀ ਉਹ ਇਨਸਾਨ ਵੀ ਸੱਚਾ ਹੋ ਜਾਏਗਾ। ਕਿਉਂਕਿ ਜੋ ਇਨਸਾਨ ਪੋजिटिव ਸੋਚੇਗਾ ਉਹਦੇ ਅੰਦਰ ਪੋजिटिविटी ਆ ਜਾਏਗੀ। ਜੋ ਇਨਸਾਨ ਨੈਗੇਟਿਵ ਵਿਚਾਰ ਕਰੇਗਾ ਉਹਦੇ ਅੰਦਰ ਨੈਗੇਟਿविटी ਆ ਜਾਏਗੀ। ਇਹ ਸੁਭਾਵਿਕ ਹੈ। ਤਾਂ ਰੱਬ ਦੀ ਜੋ ਸਿਫਤ ਸਲਾਹ ਹੈ ਉਹ ਉਕਾਈ ਤੋਂ ਰਹਿਤ ਹੈ, ਸੱਚੀ ਹੈ। ਕਿਵੇਂ? ਜੇ ਬੰਦਾ ਮਨ ਬਚਨ ਕਰਮ ਕਰਕੇ ਸੱਚ ਬੋਲਦਾ ਹੈ ਤਾਂ ਉਹ ਬੰਦਾ ਸੱਚਾ ਹੋ ਜਾਏਗਾ। ਜੇ ਬੰਦਾ ਚੜ੍ਹਦੀ ਕਲਾ ਵਿੱਚ ਹੈ, ਜੇ ਦਇਆ ਦੀ ਗੱਲ ਕਰਦਾ ਹੈ, ਨਿਰਭੈਤਾ ਦੀ ਗੱਲ ਕਰਦਾ ਹੈ, ਨਿਰਵੈਰਤਾ ਵਾਲੀ ਜ਼ਿੰਦਗੀ ਜੀਂਦਾ ਹੈ, ਤਾਂ ਹਕੀਕਤ ਹੈ ਇਹਨਾਂ ਸ਼ਬਦਾਂ ਦੀ ਵਿਚਾਰ ਸਾਡੀ ਜ਼ਿੰਦਗੀ ਨੂੰ ਸੱਚਾ ਸੁੱਚਾ ਬਣਾ ਸਕਦੀ ਹੈ। ਬਾਕੀ ਕਰਮ ਕਾਂਡ ਝੂਠੇ ਨੇ। ਵਰਤ ਨਰਾਤੇ ਸਰਾਧਾਂ ਦੀ ਕੋਈ ਵੈਲਿਊ ਨਹੀਂ ਹੈ। ਵਿਖਾਵੇ ਦੀ ਪਾਠ ਪੂਜਾ ਦੀ ਕੋਈ ਵੈਲਿਊ ਨਹੀਂ ਹੈ। ਧੂਫ ਬੱਤੀਆਂ ਤਖਾਣ ਦੀ ਕੋਈ ਵੈਲਿਊ ਨਹੀਂ। ਤੀਰਥਾਂ ਤੇ ਨਹਾਣ ਦੇ ਨਾਲ ਕੁਝ ਵੀ ਮਿਲਣ ਵਾਲਾ ਨਹੀਂ। ਸਿਫਤ ਸਲਾਹ ਸੱਚੀ ਹੈ। ਰੱਬ ਦੇ ਗੁਣਾਂ ਦੇ ਧਾਰਨੀ ਹੋਣਾ ਸੱਚ ਹੈ। ਇੱਕ ਅਟਲ ਸੱਚਾਈ ਹੈ ਕਿ ਜੋ ਤੇਰੀ ਸਿਫਤ ਸਲਾਹ ਦੇ ਨਾਲ ਜੁੜੇਗਾ ਉਹ ਬੰਦਾ ਵੀ ਸੱਚਾ ਹੋ ਜਾਏਗਾ। ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। हे प्रभु, तेरी यह कुदरत उकाई तो रहता है, तेरी ताकत उकाई तो रहता है।
इस कुदरत के अंदर कोई उकाई नहीं है, इत्थे हर शै दी महानता है। हाँ, वो साडी प्रॉब्लम है कि सानू ओदी समग्र महानता का ना पता होवे। फॉर एग्जाम्पल, असी किसी सरोवर के अंदर एक निक्का जिहा किनका सुट्टदे हां, निक्का जिहा रेत का किनका जे सुट्टीए ताकि उस सरोवर नूं कोई फर्क पेगा, तो असीं कहांगे नहीं पवेगा, लेकिन पवेगा। हाँ, ये गल है कि जिहड़ा फर्क पैना है ना, वो साडी समझ तो परे है, असीं उहनूं नोट नहीं कर पावांगे। जिन्ना रेत का किनका असीं सुट्टना है ना सरोवर विच, उन्नी जगह उन्हें मलनी है, उन्हें पानी नूं आसे पासे करना है, तो फर्क तो पवेगा, लेकिन वो फर्क इन्ना सूक्ष्म होएगा कि उहनूं साडा दिमाग हो सकता है फड़ ना पावे, फर्क पवेगा। तो ये कुदरत का जिहड़ी हर शै है उहदा कोई रोल है। पूरी कुदरत के अंदर एक किनके का की रोल है असीं दस नहीं पावांगे, लेकिन रोल है। हाँ, असीं लागे चागे उहदा रोल दस सकते हैं, पर पूरी कुदरत के अंदर मान लो एक वृक्ष है, तो असीं इन्ना ते दस देंगे कि इस वृक्ष का यह रोल है, ये साडी मिट्टी के बहाव नूं रोकदा है, ये कार्बन डाइऑक्साइड नूं सोखदा है, साडे वास्ते ऑक्सीजन पैदा करदा है, सानू फुल दिंदा है, फल दिंदा है, पत्तियां दिंदा है, इस रुख की दवाई नूं असीं बना के एवें यूज कर सकते हाँ। इन्ना क रोल ते असीं दस देंगे, पर उहदा इन्ना ही रोल तां नहीं, पूरे ब्रह्मंड के अंदर भी उहदा कोई रोल होएगा, भावें वो बिल्कुल जर्रे दे हजारवें हिस्से जिन्ना भी होएगा तां जरूर, पर हो सकता है असीं उहनूं ना समझ पाईए, साडी उस समझ तो परे होवे। ये वखरा टॉपिक है। तो गुरु जी कहंदे ने, हे प्रभु तेरी एक कुदरत सच्ची है, हे सच्चे पातशाह तेरी ये कुदरत उकाई तो रहत है। नानक इत्थे रुक जाना है, नानक सच ध्यान सच। हुण देखो, सारी कुदरत नूं उकाई तो रहत दस के सानू जीवन वास्ते जुगत दे रहे ने कि हे नानक आख के जो सच नूं ध्याउंदे ने, नानक सच ध्यान, जो सच नूं याद करदे ने, जो सच दे अंदर अपनी सुरत जोड़दे ने, जो सच दे नाल सुरत जोड़दे ने, वो सच रूप हो जाते हैं। नानक सच ध्यान सच, वो सच का रूप हो जाते हैं, वो रब का रूप हो जाते हैं। उन्हां विच और रब विच कोई फर्क नहीं रहिंदा, वो भी फिर उकाई तो रहत हो जाते हैं। उन्हां दी जिंदगी विच मन वचन और कर्म करके सच्चाई आ जाती है। तो इस कुदरत नूं वेख के असीं अपनी जिंदगी जीनी है। देखो, इस कुदरत के अंदर जर्रा जर्रा हवा, पौन, पानी, बैसंतर या खंड मंडल, ब्रह्मंड, ग्रह, नक्षत्र, तारे, आदिक, आकाश गंगावां सब किसी नेम के अंदर घूम रही ने, किसी टाइमिंग के अंदर घूम रही ने। सूरज एन टाइम के नाल सानू रोशनी दिंदा है, चंद्रमा वगैरह हर शै काम कर रही है, साडे शरीर के फेफड़े, अंग आदिक सारा कुछ एन बिल्कुल सही काम करी जा रहा है। जे किते गड़बड़ कर रहा है फर्जां विच तां बंदा कर रहा है। कदे तोते ने यह नहीं सोचा कि मैं मोर बन जावां, मोर ने कदे नहीं सोचा कि मैं हंस बन जावां, हंस ने कदे नहीं सोचा मैं शेर बन जा, ते शेर ने कदे नहीं सोचा मैं घोड़ा बन जावां। जिवें दे वो है ने, वो जिंदगी जी रहे ने, वो अपना काम कर रहे ने। कदे कोई ऐसी यूनीवर्सिटी, कोई कॉलेज, कोई स्कूल नहीं जिथे गधियां नूं पढ़ाया जाता होए कि गधेओ तुसी गधे बनो, गधियां वाले काम करो, खोतेओ कुत्तेओ तुसी कुत्तियां वाले काम करो। कोई स्कूल है? हाँ, एहो जे स्कूल बड़े ने कि वो कुत्तियां वाले काम ना करन, वो साडे मुताबिक सोचण। ऐसे स्कूल है ने, उन्होंने ट्रेनिंग दी जाती भी किसी की लत्त बांह ना पाड़न, वो गल वखरी है। लेकिन ऐसा कोई स्कूल नहीं जिथे ये सिखाया जाता हो कि कुत्ते कुत्तियां वाला काम करन, मोर मोरां वाला करन, सारे कर रहे हैं। कदे किसी ने कुत्ते नूं नहीं कहा कि कुत्तिया तू कुत्ता बन यार, कुत्तियां वाले काम कर, खोतिया तू खोता बन, खोतियां वाले काम कर। जिन्ने भी स्कूल ने, कॉलेज ने, यूनीवर्सिटियां ने, मंदिर ने, मस्जिद ने, गुरुद्वारे ने, सत्संग घर ने, बंदे वास्ते ने। बंदे नूं कहा जा रहा है बंदा तू बंदा बन, बंदिया तू बंदा बन।
ਹੁਣ ਬੰਦਾ ਬੰਦਾ ਬਣ ਜਾਏ ਤਾਂ ਬੜੀ ਵਧੀਆ ਗੱਲ ਹੈ। ਬੰਦਾ ਬੰਦਾ ਨਹੀਂ ਰਿਹਾ, ਸਾਡੇ ਦੁੱਖਾਂ ਦਾ ਕਾਰਨ। ਜਿਵੇਂ ਮੈਂ ਮਿਸਾਲ ਦਿੱਤੀ ਸੀ ਨਾ ਕਿ ਚੋਰੀਆਂ ਬੰਦਾ ਕਰੇ ਤੇ ਬੰਦੇ ਦੀਆਂ ਚੋਰੀਆਂ ਕੁੱਤਾ ਸੁੰਘ ਕੇ ਦੱਸੇ ਕਿ ਇਹ ਬੰਦਾ ਚੋਰ ਹੈ, ਇਹਦੇ ਨਾਲੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ। ਤਾਂ ਗੁਰੂ ਜੀ ਕਹਿੰਦੇ ਨੇ ਸੰਭਾਵਨਾ ਹੈ, ਪੋਸੀਬਿਲਿਟੀ ਹੈ। ਹਰ ਇਨਸਾਨ ਦੇ ਅੰਦਰ ਇਨਸਾਨੀਅਤ ਪੈਦਾ ਹੋ ਸਕਦੀ ਹੈ। ਦੁਨੀਆ ਦਾ ਹਰ ਇਨਸਾਨ ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਤੁਹਾਡਾ ਕੱਲਾ ਕੱਲਾ ਜੀਵਨ, ਤੁਹਾਡਾ ਸੰਸਾਰ, ਤੁਹਾਡਾ ਪਰਿਵਾਰ ਸਵਰਗ ਹੋ ਸਕਦਾ ਹੈ। ਕਿਵੇਂ ਹੋ ਜਾਏਗਾ? ਨਾਨਕ ਸੱਚ ਧਿਆਇਨ ਸੱਚ। ਜੋ ਸੱਚ ਨੂੰ ਆਪਣੇ ਧਿਆਨ ਵਿੱਚ ਵਸਾਉਂਦੇ ਨੇ, ਜੋ ਸੱਚ ਦੇ ਨਾਲ ਆਪਣੀ ਸੁਰਤ ਨੂੰ ਜੋੜਦੇ ਨੇ, ਉਹ ਸੱਚ ਹੋ ਜਾਂਦੇ ਨੇ, ਉਹ ਰੱਬ ਦਾ ਰੂਪ ਹੋ ਜਾਂਦੇ ਨੇ। ਇਹ ਤਾਂ ਉਹਨਾਂ ਦੀ ਗੱਲ। ਤੇ ਜਿਹੜੇ ਸੱਚ ਦੇ ਨਾਲ ਨਹੀਂ ਜੁੜਦੇ, ਜੋ ਮਰ ਜੰਮੇ ਸੋ ਕੱਚ ਨਿਕਚ। ਜੋ ਮਰਦੇ ਔਰ ਜੰਮਦੇ ਨੇ ਉਹ ਕੱਚ ਨਿਕਚ ਦਾ ਮਤਲਬ ਨਿਰੋਲ ਕੱਚੇ ਨੇ, ਉਹਨਾਂ ਦੀ ਜ਼ਿੰਦਗੀ ਬੇਕਾਰ ਹੈ। ਹੁਣ ਜੰਮਣ ਮਰਨ ਦਾ ਇੱਥੇ ਮਤਲਬ ਕੀ ਹੈ? ਦੇਖੋ, ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਦੇ ਅੰਦਰ ਕਿੰਨਾ ਕੁਛ ਜੰਮਦਾ ਤੇ ਕਿੰਨਾ ਕੁਛ ਮਰਦਾ ਹੈ। ਮੈਂ ਜਾਂਦਿਆਂ ਜਾਂਦਿਆਂ ਕਿਸੇ ਦਾ ਹੱਕ ਖਾ ਗਿਆ, ਚੋਰੀ ਕਰ ਲਈ, ਕਿਸੇ ਦੀ ਹੱਕ ਖਾ ਲਿਆ, ਤਾਂ ਮੇਰੇ ਅੰਦਰ ਉਦੋਂ ਕੁੱਤਾ ਪੈਦਾ ਹੋ ਗਿਆ। ਲੋਭ ਕੁੱਤਾ ਹੈ ਨਾ, ਲੋਭ ਲਹਿਰ ਸਭ ਸਵਾਨ ਹਲਕ ਹੈ। ਮੇਰੇ ਅੰਦਰ ਕੁੱਤਾ ਪੈਦਾ ਹੋ ਗਿਆ। ਮੇਰਾ ਲੋਭ ਪੂਰਾ ਹੋਇਆ, ਹਾਲੇ ਮੈਂ ਅੱਗੇ ਤੁਰਿਆ ਹੀ ਸਾਂ ਤੇ ਕਿਸੇ ਨੇ ਮੇਰੇ ਤੋਂ ਰਾਹ ਪੁੱਛ ਲਿਆ ਕਿ ਭਾਈ ਸਾਹਿਬ ਇੱਧਰ ਰਾਹ ਜਾਂਦਾ ਹੈ। ਤੇ ਮੈਂ ਨਾਲ ਹੀ ਟੁੱਟ ਕੇ ਪੈ ਗਿਆ, ਮੈਂ ਤੇਰੇ ਪਿਓ ਦਾ ਨੌਕਰ ਲੱਗਾ, ਮੈਂ ਤੇ ਤੈਨੂੰ ਰਾਹ ਦੱਸਣ ਵਾਸਤੇ ਖੜਾ। ਕੁੱਤਾ ਮੇਰੇ ਅੰਦਰੋਂ ਮਰ ਗਿਆ ਤੇ ਸੱਪ ਮੇਰੇ ਅੰਦਰ ਪੈਦਾ ਹੋ ਗਿਆ। ਮੈਂ ਫੂੰ ਫੂੰ ਕਰਕੇ ਪੈ ਗਿਆ ਉਸ ਬੰਦੇ ਨੂੰ। ਅੱਗੇ ਜਾ ਕੇ ਮੈਂ ਕਿਸੇ ਨੂੰ ਨੀਵਾਂ ਦਿਖਾਇਆ, ਆਪ ਹੰਕਾਰ ਕਰਕੇ ਵੱਡਾ ਹੋਇਆ। ਔਰਨ ਆਪਸ ਕੋ ਦੀਰਘ ਕਰ ਜਾਣੇ, ਔਰਨ ਕੋ ਲਗ ਮਾਤ। ਤਾਂ ਮੇਰੇ ਅੰਦਰੋਂ ਸੱਪ ਮਰ ਗਿਆ ਤੇ ਮੇਰੇ ਅੰਦਰ ਹਾਥੀ ਪੈਦਾ ਹੋ ਗਿਆ। ਅੱਗੇ ਜਾਂਦਿਆਂ ਕਿਸੇ ਦੀ ਕਾਰ ਖਲੋਤੀ ਸੀ, ਮੈਂ ਮੁੱਕਾ ਮਾਰ ਕੇ ਉਹ ਕਾਰ ਦਾ ਸ਼ੀਸ਼ਾ ਤੋੜ ਗਿਆ ਤਾਂ ਮੇਰੇ ਅੰਦਰ ਖੋਤਾ ਪੈਦਾ ਹੋ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਜਾਨਵਰ ਮੇਰੇ ਅੰਦਰ ਪੈਦਾ ਹੋਏ ਤੇ ਕਿੰਨੇ ਮਰੇ। ਗੁਰੂ ਜੀ ਕਹਿੰਦੇ ਨੇ ਜੋ ਇਹਨਾਂ ਪਸ਼ੂ ਬਿਰਤੀਆਂ ਵਿੱਚ ਪਏ ਹੋਏ ਨੇ ਨਾ, ਮਰ ਜੰਮੇ ਦਾ ਮਤਲਬ ਪਸ਼ੂ ਬਿਰਤੀਆਂ ਵਿੱਚ ਪਏ ਨੇ, ਕੱਚ ਨਿਕੱਚ ਨਿਰੋਲ ਕੱਚੇ ਨੇ, ਉਹਨਾਂ ਦੀ ਜ਼ਿੰਦਗੀ ਬੇਕਾਰ ਹੈ। ਪ੍ਰਭੂ ਦੀ ਇਹ ਸਾਰੀ ਕਾਇਨਾਤ ਊਣਤਾਈ ਤੋਂ ਰਹਿਤ ਹੈ। ਜੋ ਸੱਚ ਦੇ ਨਾਲ ਜੁੜ ਜਾਂਦੇ ਨੇ ਉਹ ਸੱਚੇ ਰੱਬ ਦਾ ਰੂਪ ਹੋ ਜਾਂਦੇ ਨੇ, ਪਰ ਜੋ ਸੱਚ ਦੇ ਨਾਲ ਉਹ ਟੁੱਟ ਜਾਂਦੇ ਨੇ ਉਹ ਨਿਰੋਲ ਕੱਚੇ ਨੇ। ਉਹਨਾਂ ਦਾ ਜੀਵਨ ਬੇਕਾਰ ਹੈ, ਉਹਨਾਂ ਦਾ ਜੀਵਨ ਦੁਖਦਾਈ ਹੈ, ਉਹ ਦੂਜਿਆਂ ਵਾਸਤੇ ਵੀ ਦੁੱਖ ਪੈਦਾ ਕਰਦੇ ਨੇ। ਹੁਣ ਚੋਣ ਸਾਡੀ ਆਪਣੀ ਹੈ, ਧੱਕਾ ਨਹੀਂ ਨਾ ਕੀਤਾ ਜਾ ਸਕਦਾ। ਹੁਣ ਤੁਸੀਂ ਕੈਸੀ ਜ਼ਿੰਦਗੀ ਜੀਣੀ ਚਾਹੁੰਦੇ ਹੋ ਤੁਹਾਡੇ ਤੇ ਡਿਪੈਂਡ ਕਰੇਗਾ, ਮੇਰੇ ਤੇ ਡਿਪੈਂਡ ਕਰੇਗਾ। ਤੁਸੀਂ ਰੱਬ ਦਾ ਰੂਪ ਹੋ ਕੇ ਜੀਣਾ ਚਾਹੁੰਦੇ ਹੋ ਤਾਂ ਸੱਚ ਦੇ ਨਾਲ ਜੁੜ ਜਾਓ। ਜੇ ਕੱਚ ਨਿਕੱਚ ਹੋ ਕੇ ਜੀਣਾ ਚਾਹੁੰਦੇ ਹੋ, ਸੱਚ ਦੇ ਨਾਲੋਂ ਟੁੱਟ ਜਾਓ। ਔਰ ਇਹਦਾ ਫੈਸਲਾ ਤੁਹਾਡੇ ਜੀਵਨ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਮੇਰੇ ਬਾਰੇ ਤੁਸੀਂ ਨਹੀਂ ਕਹਿ ਸਕਦੇ, ਕਿਉਂਕਿ ਅਸੀਂ ਇੱਕ ਦੂਜੇ ਨੂੰ ਬਾਹਰੋਂ ਵੇਖਦੇ ਹਾਂ। ਬਾਹਰੋਂ ਥੋੜੀ ਬਾਰੀ ਦੇਰ ਵਾਸਤੇ ਅਸੀਂ ਆਪਣੇ ਅੰਦਰਲੇ ਗੁੱਸੇ ਨੂੰ ਹੀ ਰੋਕ ਲੈਂਦੇ ਹਾਂ, ਹੰਕਾਰ ਨੂੰ ਹੀ ਰੋਕ ਲੈਂਦੇ ਹਾਂ ਥੋੜੀ ਬਾਤੀ ਦੇਰ ਲਈ। ਪਰ ਅੰਦਰੋਂ ਮੈਂ ਕੀ ਹਾਂ ਉਹ ਮੈਨੂੰ ਪਤਾ ਹੈ, ਤੁਹਾਨੂੰ ਨਹੀਂ ਪਤਾ। ਅੰਦਰੋਂ ਮੇਰੀ ਮੈਂਟੈਲਿਟੀ ਕੈਸੀ ਹੈ ਮੈਨੂੰ ਪਤਾ ਹੈ। ਤੁਹਾਡੀ ਅੰਦਰੋਂ ਮੈਂਟੈਲਿਟੀ ਕੈਸੀ ਹੈ ਮੈਨੂੰ ਨਹੀਂ ਪਤਾ, ਉਹ ਤੁਹਾਨੂੰ ਪਤਾ ਹੈ। ਮੇਰੇ ਬਾਰੇ ਤੁਹਾਨੂੰ ਨਹੀਂ ਪਤਾ, ਤੁਹਾਡੇ ਬਾਰੇ ਮੈਨੂੰ ਨਹੀਂ ਪਤਾ। ਇਸ ਲਈ ਗੁਰਬਾਣੀ ਦੇ ਤਲ ਤੇ ਅਸੀਂ ਸਾਰਿਆਂ ਨੇ ਆਪਣੇ ਜੀਵਨ ਨੂੰ ਪਰਖਣਾ ਹੈ। ਕਥਾ ਦਾ ਮਤਲਬ ਹੀ ਇਹ ਹੈ। ਇਹ ਕਲਾਸ ਜਿਹੜੀ ਅਸੀਂ ਲਗਾ ਰਹੇ ਹਾਂ ਨਾ, ਇਹਦਾ ਮਤਲਬ ਇਹੀ ਹੈ। ਹੁਣ ਦੇਖੋ, ਕਲਾਸ ਤੇ ਦੋ ਤਰੀਕੇ ਨੇ ਹੋ ਸਕਦੇ ਕਿ ਮੈਂ ਜਿਵੇਂ ਇਸ ਕਲਾਸ ਵਿੱਚ ਹਾਂ ਤਾਂ ਮੈਂ ਆਪਣਾ ਇੱਥੇ ਗਿਆਨ ਭਗੋਰਾਂ ਔਰ ਮੈਂ ਕਥਾ ਕਰਾਂ ਤੇ ਮੈਨੂੰ ਪੈਸੇ ਹੋ ਜਾਣ ਤੇ ਫਿਰ ਮੈਂ ਕਮਰੇ 'ਚ ਜਾ ਕੇ ਗਿਣਾ ਪੈਸੇ, ਤੇ ਜੇ ਪੈਸੇ ਜ਼ਿਆਦੇ ਹੋ ਗਏ ਤੇ ਮੈਂ ਕਹਾਂ ਵੀ ਅੱਜ ਕਥਾ ਵਧੀਆ ਹੋਈ ਕਿਉਂਕਿ ਅੱਜ ਪੈਸੇ ਠੀਕ ਬਣ ਗਏ। ਤੇ ਜੇ ਮੈਂ ਪੈਸੇ ਘੱਟ ਹੋਣ ਤੇ ਮੈਂ ਕਹਾਂ ਯਾਰ ਕੱਖ ਨਹੀਂ, ਅੱਜ ਤੇ ਐਵੇਂ ਬੇਕਾਰ ਹੀ ਗਿਆ। ਜੇ ਮੇਰਾ ਮਕਸਦ ਸਿਰਫ ਪੈਸਾ ਕਮਾਣਾ ਹੈ ਤਾਂ ਫਿਰ ਇਸ ਕਥਾ ਦੀ ਕੋਈ ਵੈਲਿਊ ਨਹੀਂ ਹੈ, ਫਿਰ ਮੈਨੂੰ ਕੁਝ ਮਿਲੇਗਾ ਨਹੀਂ, ਸਿਰਫ ਪੈਸਾ ਮਿਲੇਗਾ।
ਤੇ ਜੇ ਮੈਂ ਇਸ ਕਥਾ ਦੇ ਨਾਲ ਆਪਣੇ ਜੀਵਨ ਨੂੰ ਪਰਖਾਂ ਕਿ ਜੋ ਗੁਰਬਾਣੀ ਕਹਿ ਰਹੀ ਹੈ ਕਿ ਮੈਂ ਉਸ ਤਲ ਤੇ ਪੂਰਾ ਉਤਰਨਾ ਕਿ ਨਹੀਂ, ਉਸ ਊਣਤਾਈ ਨੂੰ ਦੂਰ ਕਰਾਂ, ਫਿਰ ਮੇਰੀ ਕਥਾ ਦਾ ਮਕਸਦ ਪੂਰਾ ਹੋ ਜਾਂਦਾ ਹੈ। ਪੈਸੇ ਤਾਂ ਆ ਹੀ ਜਾਣੇ ਨੇ, ਉਹ ਇੱਕ ਵੱਖਰਾ ਵਿਸ਼ਾ ਹੈ, ਲੋੜ ਹੈ, ਵੱਖਰਾ ਵਿਸ਼ਾ ਆ ਜਾਣੇ ਨੇ। ਮੇਰੇ ਕਥਾ ਦਾ ਮਕਸਦ ਤਾਂ ਪੂਰਾ ਹੁੰਦਾ ਹੈ ਜੇ ਮੈਂ ਆਪਣੇ ਜੀਵਨ ਨੂੰ ਪਰਖਾਂ ਕਿ ਮੈਂ ਕਿੱਥੇ ਖੜਾ ਹਾਂ, ਜੋ ਮੇਰੀਆਂ ਊਣਤਾਈਆਂ ਨੇ ਉਹਨਾਂ ਨੂੰ ਦੂਰ ਕਰਾਂ। ਤੁਸੀਂ ਸਾਰੇ ਵੀਰ ਭਰਾ ਹੋ, ਤੁਸੀਂ ਹੁਣ ਕਲਾਸ ਤੋਂ ਬਾਅਦ ਬਾਹਰ ਜਾ ਕੇ ਕਹੋ ਵੀ ਵਾਹ ਵੀ ਅੱਜ ਵਿਚਾਰ ਬਹੁਤ ਵਧੀਆ ਹੋਈ, ਜਾਂ ਤੁਸੀਂ ਬਾਹਰ ਜਾ ਕੇ ਕਹੋ ਵੀ ਨਾ ਅੱਜ ਤਾਂ ਬੇਕਾਰ ਸੀ, ਐਵੇਂ ਭਾਈ ਨੇ ਟਾਈਮ ਹੀ ਖਰਾਬ ਕੀਤਾ, ਤਾਂ ਇਹ ਕਥਾ ਦਾ ਮਕਸਦ ਨਹੀਂ। ਫਿਰ ਤੁਹਾਡੇ ਸੁਣਨ ਦਾ ਮਕਸਦ ਹੱਲ ਨਹੀਂ ਹੋਇਆ। ਤੁਹਾਡੇ ਸੁਣਨ ਦਾ ਮਕਸਦ ਵੀ ਇਹੀ ਹੈ ਕਿ ਗੁਰਬਾਣੀ ਜੋ ਕੁਝ ਕਹਿ ਰਹੀ ਹੈ ਕੀ ਤੁਸੀਂ ਉਹਦੇ ਤੇ ਪੂਰੇ ਉਤਰ ਰਹੇ ਹੋ। ਜੇ ਨਹੀਂ ਉਤਰ ਰਹੇ ਤਾਂ ਕੋਈ ਗੱਲ ਨਹੀਂ, ਜਿਹੜੀਆਂ ਊਣਤਾਈਆਂ ਨੇ ਉਹਨਾਂ ਨੂੰ ਦੂਰ ਕਰੋ, ਆਪਣੇ ਜੀਵਨ ਨੂੰ ਪਰਖੋ, ਮੈਂ ਵੀ ਪਰਖਾਂ, ਤੁਸੀਂ ਵੀ ਪਰਖੋ। ਕਥਾ ਦਾ, ਬਾਣੀ ਪੜਨ ਸੁਣਨ ਦਾ ਮਕਸਦ ਇਹ ਹੈ ਕਿ ਅਸੀਂ ਸਾਰੇ ਆਪਣੇ ਜੀਵਨ ਨੂੰ ਪਰਖੀਏ। ਜਿਨ੍ਹਾਂ ਦਾ ਜੀਵਨ ਗੁਰਬਾਣੀ ਤੇ ਪੂਰਾ ਉਤਰਦਾ ਹੈ, ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ, ਧੰਤਾ ਯੋਗ ਨੇ, ਸ਼ਾਬਾਸ਼ ਉਹਨਾਂ ਦੇ। ਤੇ ਜਿਨ੍ਹਾਂ ਦਾ ਭਾਈ ਸਾਡਾ ਜੀਵਨ ਪੂਰਾ ਨਹੀਂ ਉਤਰਦਾ, ਨਿਰਾਸ਼ ਹੋਣ ਦੀ ਲੋੜ ਨਹੀਂ, ਆਸ਼ਾਵਾਦੀ ਬਣੋ, ਆਪਣੀਆਂ ਕਮੀਆਂ ਔਰ ਊਣਤਾਈਆਂ ਨੂੰ ਦੂਰ ਕਰਕੇ ਉਹਦੇ ਤੇ ਪੂਰੇ ਉਤਰੋ। ਜੋ ਮਰ ਜੰਮੇ ਸੋ ਕੱਚ ਨਿਕੱਚ ਦੇ ਵਿੱਚ ਸ਼ਾਮਲ ਨਾ ਹੋਵੋ। ਅੱਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਦੂਜਾ ਸ਼ਲੋਕ ਹੈ ਕਿ ਵੱਡੀ ਵਡਿਆਈ ਜਾਂ ਵੱਡਾ ਨਾਉ। हे ਪ੍ਰਭੂ, ਤੇਰੀ ਮਹਾਨ ਵੱਡੀ ਇੱਕ ਸਿਫਤ ਹੈ। ਉਹ ਸਿਫਤ ਇਸ ਕਰਕੇ ਹੈ ਤੇਰੀ ਕਿ ਤੇਰਾ ਨਾਮਣਾ ਬੜਾ ਵੱਡਾ ਹੈ। ਤੇਰਾ ਨਾਮਣਾ, ਤੇਰਾ ਵਿਸਥਾਰ ਬਹੁਤ ਵੱਡਾ ਹੈ, ਅਨੰਤ ਹੈ। ਇਹ ਜਸ ਬੜਾ ਮਹਾਨ ਹੈ, ਏਡਾ ਵੱਡਾ ਜਸ, ਏਡੇ ਵੱਡੇ ਗੁਣ ਜਿਹਦਾ ਕੋਈ ਅੰਤ ਹੀ ਨਹੀਂ। ਜੇ ਕੋਈ ਰੱਬ ਦੇ ਗੁਣ ਗਾ ਕੇ ਅੰਤ ਪਾਣਾ ਚਾਹੇ ਤਾਂ ਪਾ ਲਵੇਗਾ, ਕਦੇ ਵੀ ਨਹੀਂ। ਇਸ ਕੁਦਰਤ ਵਿੱਚ ਕਿੰਨੀ ਤਾਕਤ ਹੈ। ਦੇਖੋ, ਹਵਾ, ਐਸੇ ਮੀਟਰ ਬੰਦੇ ਨੇ ਬਣਾ ਲਏ ਨੇ ਜਿਹਦੇ ਨਾਲ ਬੰਦੇ ਦੀ ਤਾਕਤ ਨਾਪ ਲਵੇ, ਕਿਸੇ ਮਸ਼ੀਨ ਦੀ ਤਾਕਤ ਨਾਪ ਲਵੇ ਕਿ ਇੰਨੇ ਹਾਰਸ ਪਾਵਰ ਤਾਕਤ। ਪਰ ਪੂਰੀ ਦੁਨੀਆ ਦੇ ਅੰਦਰ ਜੋ ਤਾਕਤ ਹੈ, ਐਸਾ ਮੀਟਰ ਕੋਈ ਨਹੀਂ ਬਣ ਸਕਿਆ, ਨਾ ਬਣੇਗਾ। ਹਵਾ ਦੇ ਅੰਦਰ ਕਿੰਨੀ ਤਾਕਤ ਹੈ, ਜਦੋਂ ਹਨੇਰੀ ਆਉਂਦੀ ਪਿੰਡਾਂ ਦੇ ਪਿੰਡ ਡਾ ਦਿੰਦੀ ਹੈ। ਪਾਣੀ ਵਿੱਚ ਕਿੰਨੀ ਤਾਕਤ ਹੈ, ਇੱਥੇ ਬਿਜਲੀ ਵਿੱਚ ਕਿੰਨੀ ਤਾਕਤ ਹੈ, ਗ੍ਰੇਵਿਟੀ ਫੋਰਸ ਹੈ, ਪਸ਼ੂ ਪੰਛੀਆਂ ਦੀ ਤਾਕਤ ਹੈ, ਮਨੁੱਖ ਮਾਤਰ ਦੀ ਤਾਕਤ ਹੈ। ਫਿਰ ਅਨੰਤ ਖੰਡ ਮੰਡਲ ਬ੍ਰਹਿਮੰਡ ਕਿੰਨੀ ਕੁ ਤਾਕਤ ਹੈ, ਇਹਦਾ ਅੰਤ ਕਿਵੇਂ ਪਾਓਗੇ। ਧਰਤੀ ਦੇ ਵਿੱਚ ਕਿੰਨੀਆਂ ਦਾਤਾਂ ਨੇ, ਪੈਟਰੋਲੀਅਮ ਪਦਾਰਥ, ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਹਜ਼ਾਰਾਂ ਕਿਸਮ ਦਾ ਅਨਾਜ, ਹਜ਼ਾਰਾਂ ਕਿਸਮ ਦੇ ਫਲ ਔਰ ਫੁੱਲ। ਫਿਰ ਇਹ ਤੇ ਇੱਕ ਧਰਤੀ ਹੈ, ਅਨੰਤ ਧਰਤੀਆਂ, ਨਦੀਆਂ, ਨਾਲੇ, ਦਰਿਆ, ਪਹਾੜ, ਮਨੁੱਖ ਮਾਤਰ, ਜੀਵ ਜੰਤੂ, ਪਸ਼ੂ ਪੰਛੀ। ਕਿਵੇਂ ਅਨੰਤ ਦਾ ਅੰਤ ਕਿਵੇਂ ਪਾਓਗੇ। ਤਾਂ ਤੇਰੀ ਵੱਡੀ ਸਿਫਤ ਹੈ ਮਹਾਰਾਜ ਕਿ ਤੇਰਾ ਨਾਮਣਾ ਬੜਾ ਵੱਡਾ ਹੈ, ਅਨੰਤ ਹੈ। ਇਹ ਵੱਡ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣੇ ਸੋਏ। ਵੱਡੀ ਵਡਿਆਈ ਜਾਂ ਸੱਚ ਨਿਆਉ, ਮਾਲਕ ਤੇਰੀ ਇਹ ਵੱਡੀ ਸਿਫਤ ਹੈ। ਵੱਡੀ ਵਡਿਆਈ ਦਾ ਮਤਲਬ ਵੱਡੀ ਸਿਫਤ ਹੈ, ਜਾਂ ਸੱਚ ਨਿਆਉ ਕਿ ਤੇਰਾ ਨਿਆਂ ਸੱਚਾ ਹੈ। ਤੂੰ ਬੇਨਿਆਈ ਨਹੀਂ ਕਰਦਾ ਕਿਸੇ ਦੇ ਨਾਲ। ਤੇਰੇ ਇਸ ਸੰਸਾਰ ਦੇ ਅੰਦਰ ਜੋ ਨਿਆਂ ਹੁੰਦਾ ਹੈ ਉਹ ਸੱਚ ਦੇ ਉੱਤੇ ਆਧਾਰਿਤ ਹੈ, ਸੱਚਾ ਹੈ ਨਿਆਂ। ਔਰ ਵਾਸਤਵ ਦੇ ਵਿੱਚ ਜਦੋਂ ਤੁਸੀਂ ਇਸ ਜ਼ਿੰਦਗੀ ਵੱਲ ਵੇਖੋਗੇ ਤਾਂ ਬਿਲਕੁਲ ਸੱਚਾ ਨਿਆਂ ਹੋ ਰਿਹਾ ਹੈ, ਔਰ ਨਾਲ ਦੇ ਨਾਲ ਹੋਈ ਜਾਂਦਾ ਹੈ। ਫਾਰ ਐਗਜ਼ਾਮਪਲ, ਜਿਵੇਂ ਮੈਂ ਹੁਣ ਆਪ ਦੇ ਨਾਲ ਕਲਾਸ ਵਿੱਚ ਹਾਜ਼ਰ ਹਾਂ ਤੇ ਅਸੀਂ ਸਾਰੇ ਖੁਸ਼ ਔਰ ਪ੍ਰਸੰਨ ਬੈਠੇ ਹਾਂ, ਲੇਕਿਨ ਮੇਰੇ ਮਨ ਦੇ ਅੰਦਰ ਕਿਸੇ ਵੀਰ ਭੈਣ ਨੂੰ ਵੇਖ ਕੇ ਈਰਖਾ ਪੈਦਾ ਹੋ ਗਈ। ਤੁਹਾਨੂੰ ਤੇ ਪਤਾ ਵੀ ਨਹੀਂ, ਲੇਕਿਨ ਮੇਰੇ ਅੰਦਰ ਜਲਨ ਪੈਦਾ ਹੋ ਗਈ। ਸੱਚਾ ਨਿਆਂ ਉਸੇ ਵੇਲੇ ਮੇਰੇ ਜਿਹੜੇ ਵਿਚਾਰ ਨੇ ਈਰਖਾ ਵਾਲੇ ਹੋ ਗਏ, ਉਸੇ ਵੇਲੇ ਮੇਰੇ ਅੰਦਰ ਜਲਨ ਪੈਦਾ ਹੋ ਗਈ, ਮੇਰੀ ਸ਼ਾਂਤੀ ਖਤਮ ਹੋ ਗਈ ਨਾਲ ਦੇ ਨਾਲ। ਇਹ ਸੱਚਾ ਨਿਆਂ ਹੈ ਨਾ। ਜੇ ਮੈਂ ਤੁਹਾਡੇ ਨਾਲ ਪਿਆਰ ਦੇ ਨਾਲ ਜ਼ਿੰਦਗੀ ਜੀ ਰਿਹਾ ਤਾਂ ਇਹ ਸੱਚਾ ਨਿਆਂ ਹੈ ਕਿ ਅੰਦਰੋਂ ਮੈਨੂੰ ਖੁਸ਼ੀ ਮਿਲ ਰਹੀ ਹੈ। ਇਹ ਸੱਚਾ ਨਿਆਂ ਹੈ ਰੱਬ ਦਾ। ਜੇ ਤੁਸੀਂ ਕਣਕ ਬੀਜਦੇ ਹੋ ਤੇ ਉਹ ਕਣਕ ਹੀ ਪੈਦਾ ਕਰਦਾ ਹੈ, ਚਣੇ ਬੀਜਦੇ ਹੋ ਚਣੇ ਪੈਦਾ ਕਰਦਾ ਹੈ।
ਉੱਥੇ ਰਿਸ਼ਵਤ ਦੇ ਕੇ ਛੁੱਟਿਆ ਨਹੀਂ ਜਾ ਸਕਦਾ। ਮਾਨਸਾ ਕਿਉਂ ਦੀਵਾਨੋਂ ਕੋਈ ਨਸ ਭਜ ਨਿਕਲੇ, ਹਰ ਦੀਵਾਨੋਂ ਕੋਈ ਕਿੱਥੇ ਜਾਇਆ। ਦੁਨੀਆ ਦੀ ਕਚਹਿਰੀ ਚੋਂ ਤੁਸੀਂ ਰਿਸ਼ਵਤ ਦੇ ਕੇ ਬਚ ਸਕਦੇ ਹੋ, ਪਰ ਇਹ ਜੋ ਕੁਦਰਤ ਦੇ ਨਿਯਮ ਨੇ ਇਹਨਾਂ ਦੇ ਵਿੱਚੋਂ ਕਿਵੇਂ ਬਚੋਗੇ? ਸੱਚਾ ਨਿਆਂ ਹੈ। ਅਗਲਾ ਬਚਨ ਕਰਦੇ ਨੇ, ਵੱਡੀ ਵਡਿਆਈ ਜਾਣੇ ਆਲਾਓ। ਉਹ ਸਾਡੀਆਂ ਆਲਾਓ ਦਾ ਮਤਲਬ ਸਾਡੀਆਂ ਆਵਾਜ਼ਾਂ ਨੂੰ ਜਾਣਦਾ ਹੈ। ਜੋ ਅਸੀਂ ਗੱਲਬਾਤ ਕਰਦੇ ਹਾਂ ਉਸ ਗੱਲਬਾਤ ਨੂੰ ਜਾਣਦਾ ਹੈ। ਹੁਣ ਕਿਵੇਂ ਜਾਣਦਾ ਹੈ? ਅਸੀਂ ਕਈ ਵਾਰ ਕਿਸੇ ਦੇ ਕੋਲ ਗੱਲ ਕਰਦੇ ਹਾਂ, ਮੇਰਾ ਵੀਰ ਇਹ ਗੱਲ ਮੈਂ ਤੈਨੂੰ ਕਹਿਣ ਲੱਗਾ, ਅੱਗੇ ਨਾ ਦੱਸੀ, ਅੱਗੇ ਨਾ ਇਹ ਗੱਲ ਕਰੀ। ਹੁਣ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਸਾਡੀ ਇਸ ਗੱਲ ਨੂੰ ਕੋਈ ਨਹੀਂ ਸੁਣ ਰਿਹਾ, ਭੱਲੇ ਪੁਰਸ਼ਾ ਕਿਹਦੇ ਤੋਂ ਲੁਕਾ ਰਿਹਾ? ਆਪਣੇ ਆਪ ਨੂੰ ਕਿਵੇਂ ਲੁਕਾਏਗਾ? ਤੇਰਾ ਆਪਣਾ ਆਪਾ ਤੇ ਉਹਨੂੰ ਸੁਣ ਰਿਹਾ ਨਾ, ਉਹ ਹੀ ਰੱਬ ਦਾ ਰੂਪ ਹੈ। ਆਪਣੇ ਆਪ ਤੋਂ ਕਿਵੇਂ ਲੁਕਾਏਗਾ? ਕੋਈ ਸਾਧਨ ਨਹੀਂ ਹੈ। ਹਰ ਇੱਕ ਦੀ ਆਵਾਜ਼ ਨੂੰ ਸੁਣਦਾ ਹੈ। ਔਰ ਬੇਨਤੀ ਕਰਾਂ, ਜੇ ਇਸ ਚੀਜ਼ ਨੂੰ ਸਮਝੋ ਨਾ ਕਿ ਉਹ ਮੇਰੀ ਆਵਾਜ਼ ਨੂੰ ਸੁਣ ਰਿਹਾ ਹੈ, ਬੋਲਾਂ ਨੂੰ ਸੁਣ ਰਿਹਾ ਹੈ, ਤਾਂ ਫਿਰ ਮੈਂ ਝੂਠ ਨਹੀਂ ਬੋਲਾਂਗਾ, ਫਿਰ ਮੈਂ ਕਿਸੇ ਦੇ ਨਾਲ ਈਰਖਾ ਨਹੀਂ ਕਰਾਂਗਾ। ਔਰ ਹਕੀਕਤ ਹੈ ਉਹ ਮੇਰੇ ਬੋਲਾਂ ਨੂੰ ਸੁਣ ਰਿਹਾ ਹੈ। ਤੁਹਾਡੇ ਵਿੱਚ ਬੈਠਾ ਕੌਣ ਸੁਣ ਰਿਹਾ ਹੈ? ਸਭ ਹੈ ਘਟ ਰਾਮ ਬੋਲ ਰਿਹਾ। ਤੇ ਜਦੋਂ ਮੈਨੂੰ ਸਮਝ ਆਏਗੀ ਕਿ ਸਾਰਿਆਂ ਦੇ ਵਿੱਚ ਉਹ ਸੁਣ ਰਿਹਾ ਹੈ, ਤਾਂ ਮੈਂ ਤੁਹਾਡੇ ਨਾਲ ਰੱਬ ਵਰਗੇ ਬੋਲ ਬੋਲਾਂਗਾ। ਜਿਹੋ ਜਿਹੇ ਬੋਲ ਮੈਂ ਰੱਬ ਦੇ ਨਾਲ ਬੋਲਾਂ, ਉਹਨਾਂ ਬੋਲਾਂ ਨਾਲ ਤੁਹਾਡਾ ਸਤਿਕਾਰ ਕਰਾਂਗਾ। ਮੇਰੀ ਬੋਲ ਬਾਣੀ ਬਦਲ ਜਾਏਗੀ। ਵੱਡੀ ਵਡਿਆਈ ਬੁਝੈ ਸਭ ਭਾਉ। ਭਾਉ ਦਾ ਮਤਲਬ ਵਲਵਲੇ, ਭਾਵਨਾਵਾਂ। हे ਪ੍ਰਭੂ, ਤੇਰੀ ਇਹ ਮਹਾਨ ਵੱਡੀ ਸਿਫਤ ਹੈ ਕਿ ਤੂੰ ਹਰ ਇੱਕ ਦੀਆਂ ਭਾਵਨਾਵਾਂ ਨੂੰ ਸਮਝਣਾ, ਸਾਰਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ। ਇਹ ਗੱਲ ਸਮਝਣ ਵਾਲੀ ਹੈ। ਹੁਣ ਮੇਰੀ ਭਾਵਨਾ ਹੈ ਕੋਈ, ਤਾਂ ਮੇਰੇ ਅੰਦਰ ਬੈਠਾ ਰੱਬ ਉਸ ਭਾਵਨਾ ਨੂੰ ਸਮਝ ਰਿਹਾ ਹੈ। ਤੁਹਾਡੇ ਅੰਦਰ ਬੈਠਾ ਰੱਬ ਤੁਹਾਡੀ ਭਾਵਨਾ ਨੂੰ ਸਮਝ ਰਿਹਾ ਹੈ। ਇਥੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ? ਇਹ ਚੀਜ਼ ਸਮਝਣ ਵਾਲੀ ਹੈ। ਦੇਖੋ, ਮੇਰੀਆਂ ਭਾਵਨਾਵਾਂ ਕੀ ਨੇ? ਕਿ ਮੈਨੂੰ ਇਸ ਦੁਨੀਆ ਚੋਂ ਪਿਆਰ ਮਿਲੇ, ਮੈਨੂੰ ਇਸ ਦੁਨੀਆ ਚੋਂ ਸਤਿਕਾਰ ਮਿਲੇ, ਔਰ ਮੈਨੂੰ ਸੁੱਖ ਮਿਲੇ। ਮੈਂ ਆਜ਼ਾਦ ਹੋਵਾਂ, ਮੈਂ ਕਿਸੇ ਦਾ ਗੁਲਾਮ ਨਾ ਹੋਵਾਂ। ਇਹ ਮੇਰੀ ਭਾਵਨਾ ਹੈ। ਤੇ ਕੀ ਤੁਹਾਡੀਆਂ ਇਹ ਭਾਵਨਾਵਾਂ ਨਹੀਂ? ਹਰ ਇੱਕ ਦੀ ਭਾਵਨਾ ਹੈ ਕਿ ਮੈਨੂੰ ਸੁੱਖ ਮਿਲੇ, ਪਿਆਰ ਮਿਲੇ, ਸਤਿਕਾਰ ਮਿਲੇ, ਮੈਂ ਕਿਸੇ ਦਾ ਗੁਲਾਮ ਨਾ ਹੋਵਾਂ। ਇਹ ਭਾਵਨਾਵਾਂ ਨੇ ਨਾ। ਤੇ ਜੇ ਅਸੀਂ ਇਹਨਾਂ ਭਾਵਨਾਵਾਂ ਨੂੰ ਬੁੱਝੀਏ, ਜਾਣੀਏ ਕਿ ਜੋ ਮੇਰੀਆਂ ਭਾਵਨਾਵਾਂ ਨੇ ਉਹੀ ਦੂਜਿਆਂ ਦੀਆਂ ਭਾਵਨਾਵਾਂ ਨੇ, ਤਾਂ ਫਿਰ ਅਸੀਂ ਇੱਕ ਦੂਜੇ ਦੀ ਭਾਵਨਾ ਦਾ ਸਤਿਕਾਰ ਕਰਾਂਗੇ। ਫਿਰ ਅਸੀਂ ਇੱਕ ਦੂਜੇ ਨਾਲ ਪਿਆਰ ਕਰਾਂਗੇ, ਇੱਕ ਦੂਜੇ ਨੂੰ ਆਦਰ ਦੇਵਾਂਗੇ। ਕੋਈ ਕਿਸੇ ਦੀਆਂ ਸ਼ੁਭ ਭਾਵਨਾਵਾਂ ਨੂੰ ਕਤਲ ਨਹੀਂ ਕਰੇਗਾ। ਫਿਰ ਕੋਈ ਕਿਸੇ ਨੂੰ ਆਪਣਾ ਗੁਲਾਮ ਨਹੀਂ ਰੱਖੇਗਾ। ਫਿਰ ਆਜ਼ਾਦ ਜ਼ਿੰਦਗੀ ਹੋਵੇਗੀ। ਤੇ ਫਿਰ ਸੋਚੋ ਕਿ ਜੇ ਹਰ ਬੰਦਾ ਦੂਜੇ ਦੀ ਭਾਵਨਾ ਦਾ ਸਤਿਕਾਰ ਕਰਕੇ ਜ਼ਿੰਦਗੀ ਜੀਵੇ, ਤਾਂ ਇਹ ਜੀਵਨ ਕਿਤਨਾ ਸੁਹਾਵਣਾ ਹੋ ਜਾਏਗਾ। ਅਗਲਾ ਬਚਨ ਕਰਦੇ ਨੇ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਰੱਬ ਦੀ ਵੱਡੀ ਵਡਿਆਈ ਹੈ ਕਿ ਕਿਸੇ ਤੋਂ ਪੁੱਛ ਕੇ ਦਾਤ ਨਹੀਂ ਦਿੰਦਾ। ਜੇ ਪ੍ਰਧਾਨ ਜੀ ਨੂੰ ਦਾਤ ਦੇਣੀ ਹੈ ਤੇ ਉਹ ਭਾਈ ਜੀ ਤੋਂ ਨਹੀਂ ਪੁੱਛਦਾ ਵੀ ਪ੍ਰਧਾਨ ਜੀ ਨੂੰ ਦਾਤ ਦਿਆਂ ਕਿ ਨਾ। ਦਾਤ ਭਾਈ ਜੀ ਨੂੰ ਦੇਣੀ ਹੈ ਤੇ ਉਹ ਪ੍ਰਧਾਨ ਜੀ ਤੋਂ ਨਹੀਂ ਪੁੱਛਦਾ ਵੀ ਦਾਤ ਦਿਆਂ ਕਿ ਨਾ। ਗੁਆਂਢੀਆਂ ਤੋਂ ਨਹੀਂ ਪੁੱਛਦਾ ਦਾਤ ਦਿਆਂ ਕਿ ਨਾ। ਜੇ ਰੱਬ ਪੁੱਛ ਕੇ ਦੇਵੇ ਨਾ ਸਾਨੂੰ ਵੀ ਗੁਆਂਢੀਆਂ ਨੂੰ ਦਾਤ ਤੇ ਕੀ ਅਸੀਂ ਦੇਣ ਦਿਆਂਗੇ, ਅਸੀਂ ਕਹਿਣਾ ਨਾ ਨਾ, ਉਹਨਾਂ ਦੀ ਕੋਠੀ ਡੇਗ। ਤੇ ਜ਼ਿਆਦਾ ਨਹੀਂ, ਸਾਨੂੰ ਕਾਰ ਨਹੀਂ ਦਿੱਤੀ, ਉਹਨਾਂ ਕੋਲ ਵੱਡੀ ਹੈ ਤੇ ਗੁਆਂਢੀਆਂ ਦੀ ਕਾਰ ਹੀ ਪੈਂਚਰ ਕਰ ਦੇ, ਅਸੀਂ ਤਾਂ ਐਵੇਂ ਕਵਾਂਗੇ ਨਾ। ਉਹ ਪੁੱਛ ਕੇ ਦਾਤ ਨਹੀਂ ਦਿੰਦਾ। ਅਪੁੱਛਿਆ ਦਾਨ ਦੇਵ ਕਾ, ਉਹਨੇ ਇੱਕੋ ਵਾਰੀ ਸਭ ਕੁਝ ਪਾ ਦਿੱਤਾ ਹੈ। ਅਨੰਤ ਦਾਤਾਂ ਨੇ, ਉਹਨਾਂ ਦਾਤਾਂ ਨੂੰ ਯੂਜ਼ ਕਰਨਾ ਹੈ। ਰੱਬ ਨੇ ਦਿਮਾਗ ਦੇ ਦਿੱਤਾ ਹੈ, ਧਰਤੀ ਦੇ ਦਿੱਤੀ ਹੈ, ਖਾਓ ਕਮਾਓ ਔਰ ਸ਼ੁਭ ਜ਼ਿੰਦਗੀ ਜੀਵੋ। ਪੁੱਛ ਕੇ ਦਾਤਾਂ ਨਹੀਂ ਦਿੰਦਾ, ਉਹ ਕਿਸੇ ਦੇ ਅਧੀਨ ਨਹੀਂ ਹੈ। ਜੇ ਇਹ ਚੀਜ਼ ਸਮਝ ਲਓ ਨਾ ਕਿ ਉਹ ਪੁੱਛ ਕੇ ਦਾਤਾਂ ਨਹੀਂ ਦਿੰਦਾ, ਤਾਂ ਜੋ ਧਾਰਮਿਕ ਲੋਕ ਤੁਹਾਡਾ ਇਮੋਸ਼ਨਲ ਬਲੈਕਮੇਲ ਕਰ ਰਹੇ ਨੇ, ਉਹ ਅੱਜ ਤੋਂ ਬੰਦ ਹੋ ਜਾਏਗਾ। ਅਸੀਂ ਕਹਿੰਦੇ ਨਹੀਂ ਜੀ ਫਲਾਂ ਬਾਬਾ, ਉੱਥੇ ਜਾ ਕੇ ਮੱਥਾ ਟੇਕੀ, ਸਾਨੂੰ ਤੇ ਦਾਤ ਹੀ ਉਸ ਬਾਬੇ ਤੋਂ ਮਿਲੀ। ਬਾਬਿਆਂ ਤੋਂ ਪੁੱਛ ਕੇ ਰੱਬ ਨਹੀਂ ਪੁੱਤਰ ਦਿੰਦਾ। ਫਿਰ ਇਸ ਪੰਕਤੀ ਦਾ ਅਰਥ ਕੀ ਕਰੋਗੇ? ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਉਹ ਕਿਸੇ ਬਾਬੇ ਤੋਂ ਨਹੀਂ ਪੁੱਛਦਾ, ਨਾ ਉਹਨੇ ਬਾਬਿਆਂ ਨੂੰ ਚਾਬੀ ਦਿੱਤੀ ਹੈ ਮੁੰਡਿਆਂ ਬੱਚਿਆਂ ਦੀ। ਇੱਥੇ ਪਿੱਛੇ ਇੱਕ ਬੀਬੀ ਗਈ ਸੀ, ਮੇਰੇ ਖਿਆਲ ਚ ਨਿਊਜ਼ੀਲੈਂਡ ਦੀ ਗੱਲ ਦੱਸਦੇ ਨੇ, ਸ਼ਾਇਦ ਮੈਂ ਇੱਕ ਪ੍ਰਚਾਰਕ ਤੋਂ ਸੁਣੀ ਸੀ। ਉਹ ਇੱਥੇ ਬੀਬੀ ਆਈ ਸੀ ਤੇ ਉਹ
ਕਿਸੇ ਬਾਬੇ ਕੋਲ ਗਈ ਵੀ ਸਾਡੀ ਨੂੰਹ ਵੱਲ ਮੁੰਡਾ ਨਹੀਂ ਹੁੰਦਾ, ਬੱਚਾ ਨਹੀਂ ਹੁੰਦਾ। ਬਾਬੇ ਨੇ ਦੇ ਦਿੱਤਾ ਸੇਬ, ਕਹਿਣ ਲੱਗਾ ਵੀ ਬੀਬੀ ਆ ਸੇਬ ਆਪਣੇ ਨੂੰਹ ਨੂੰ ਖਵਾ ਦਿਆ ਜੇ। ਹੁਣ ਉਹ ਨਿਊਜ਼ੀਲੈਂਡ 에ਅਰਪੋਰਟ ਤੇ ਉਹ ਆਪਣਾ ਫਰੂਟ ਲੈ ਕੇ ਨਹੀਂ ਜਾਣ ਦਿੰਦੇ ਬਾਹਰ। ਉਹ ਕਹਿਣ ਬੀਬੀ ਇਹ ਸੇਬ ਨੂੰ ਸੁੱਟੋ, ਕਹਿੰਦੀ ਮੈਂ ਲੈ ਕੇ ਜਾਣਾ। ਉਹ ਕਹਿੰਦੇ ਚੱਲ ਤੂੰ ਖਾ ਲੈ, ਕਹਿੰਦੀ ਨਹੀਂ ਮੈਂ ਤੇ ਆਪਣੀ ਨੂੰਹ ਨੂੰ ਖਵਾਉਣਾ। ਉਹ ਆਖਿਆ ਵੀ ਨੂੰਹ ਨੂੰ ਸੇਬ ਹੋਰ ਲੈ ਦੀ, ਕਹਿਣ ਲੱਗੀ ਨਾ। ਉਹਨੇ ਕਿਹਾ ਕਾਰਨ ਕੀ? ਕਹਿੰਦੀ ਇਹ ਸੇਬ ਖਾਏਗੀ ਤੇ ਮੇਰੇ ਨੂੰਹ ਵੱਲ ਮੁੰਡਾ ਹੋਏਗਾ। ਤੇ ਉਹ ਵੀ ਹੱਸਣ ਲੱਗ ਪਏ ਵੀ ਸੇਬਾਂ ਨਾਲ ਵੀ ਕਦੀ ਮੁੰਡੇ ਹੁੰਦੇ ਨੇ। ਉਹ ਕਹਿਣ ਲੱਗੀ ਨਹੀਂ। ਉਹ ਫਿਰ ਅੜ ਗਈ ਉੱਥੇ। ਉਹਨਾਂ ਕਿਹਾ ਵੀ ਚਲੋ ਯਾਰ ਇਹਦੀ ਨੂੰਹ ਨੂੰ ਬੁਲਾ ਕੇ ਤੇ ਇੱਥੇ ਖਵਾ ਦਿਓ ਸੇਬ, ਲਿਜਾਣ ਤੇ ਅਸੀਂ ਦੇਣਾ ਨਹੀਂ। ਨੂੰਹ ਨੂੰ ਬੁਲਾਇਆ। ਉਹ ਜਦੋਂ ਸੇਬ ਦੇਣ ਲੱਗੇ ਤਾਂ ਉਹਨਾਂ ਤੋਂ ਕਿਸੇ ਨੇ ਕਹਿ ਦਿੱਤਾ ਯਾਰ ਸੇਬ ਦੇ ਵਿੱਚ ਕੋਈ ਜ਼ਹਿਰ ਵਗੈਰਾ ਨਾ ਹੋਏ, ਮਾਈ ਮਤੇ ਨੂੰਹ ਨੂੰ ਮਾਰਨਾ ਚਾਹੁੰਦੀ ਹੋਵੇ। ਉਹ ਫਿਰ ਉੱਥੇ ਸਿਆਪਾ ਪੈ ਗਿਆ। ਫਿਰ ਇੱਕ ਨੇ ਦੱਸਿਆ ਵੀ ਚਲੋ ਇੰਜ ਕਰੋ ਵੀ ਸੇਬ ਅੱਧਾ ਕੱਟ ਕੇ ਪਹਿਲੋਂ ਬੇਬੇ ਨੂੰ ਖਵਾਓ, ਜੇ ਬਚ ਗਈ ਤੇ ਫਿਰ ਅੱਧਾ ਨੂੰਹ ਨੂੰ ਖਵਾ ਦਿਆ। ਉਹਨਾਂ ਨੇ ਅੱਧਾ ਪਹਿਲੋਂ ਬੇਬੇ ਨੂੰ ਖਵਾਇਆ ਤੇ ਅੱਧਾ ਖਵਾ ਦਿੱਤਾ ਨੂੰਹ ਨੂੰ। ਉਹ ਘਰ ਤੁਰ ਗਈਆਂ। ਹੁਣ ਇਹ ਪਤਾ ਨਹੀਂ ਲੱਗਾ ਵੀ ਮੁੰਡਾ ਨੂੰਹ ਵੱਲ ਹੋਇਆ ਕਿ ਮੁੰਡਾ ਸੱਸ ਵੱਲ ਹੋਇਆ, ਕਿਉਂਕਿ ਅੱਧਾ ਅੱਧਾ ਖਾਧਾ ਸੀ ਨਾ ਦੋਵਾਂ। ਸੇਬਾਂ ਨਾਲ ਮੁੰਡੇ ਥੋੜੀ ਹੁੰਦੇ ਨੇ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਉਹ ਪੁੱਛ ਕੇ ਦਾਤਾ ਨਹੀਂ ਦਿੰਦਾ ਵੀ ਤੁਹਾਡੀ ਲਾਟਰੀ ਕਿਹਦੇ ਤੋਂ ਕੱਢਣੀ। ਉਹ ਜੋਤਸ਼ੀਆਂ ਦੇ ਅਧੀਨ ਨਹੀਂ, ਉਹ ਤੁਹਾਡੇ ਬਾਬਿਆਂ ਦੇ ਅਧੀਨ ਨਹੀਂ, ਉਹ ਮੜੀਆਂ ਕਬਰਾਂ ਦੇ ਅਧੀਨ ਨਹੀਂ। ਜੇ ਐਵੇਂ ਹੁੰਦਾ ਤੇ ਬਾਬਿਆਂ ਨੇ ਤੇ ਕਰੋਨਾ ਹਟਾ ਦੇਣਾ ਸੀ। ਕਿੱਧਰ ਗਏ ਬਾਬੇ? ਇਸ ਲਈ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਉਹ ਆਪ ਹੀ ਆਪ। ਕੁਦਰਤ ਦੇ ਨੇਮ ਆਜ਼ਾਦ ਨੇ, ਉਹ ਕਿਸੇ ਦੇ ਅਧੀਨ ਨਹੀਂ। ਉਹ ਕਿਸੇ ਦੇ ਅਧੀਨ ਨਹੀਂ ਕਿ ਅੱਜ ਦਿਨ 2 ਘੰਟੇ ਲੇਟ ਚੜ੍ਹ ਡੁੱਬੇ ਜਾਂ ਸਵੇਰੇ ਸੂਰਜ 1 ਘੰਟਾ ਲੇਟ ਚੜੇ ਨਾ। ਉਹ ਕਿਸੇ ਦੇ ਅਧੀਨ ਨਹੀਂ। ਪ੍ਰਭੂ ਆਪਣੇ ਆਪ ਤੋਂ ਆਪ ਹੈ। ਉਹਦੇ ਸਾਰੇ ਕੁਦਰਤ ਦੇ ਨੇਮ ਕਿਸੇ ਵੀ ਬੰਧਨ ਤੋਂ ਆਜ਼ਾਦ ਨੇ। ਨਾਨਕ ਕਾਰ ਨਾ ਕਥਨੀ ਜਾਏ। हे ਮਾਲਕ, ਜੋ ਤੇਰੀ ਕਾਰ ਹੈ ਉਹ ਕਥਨੀ ਨਹੀਂ ਕੀਤੀ ਜਾ ਸਕਦੀ। ਭਾਵ ਤੇਰੀ ਇਸ ਕੁਦਰਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕੀਤਾ ਕਰਨਾ ਸਰਬ ਰਜਾਏ। ਜੋ ਕੁਛ ਵੀ ਤੂੰ ਪੈਦਾ ਕੀਤਾ ਹੈ, ਜੋ ਕੁਛ ਵੀ ਤੂੰ ਅੱਗੇ ਕਰੇਗਾ, ਉਹ ਸਾਰਾ ਰਜਾ ਦੇ ਅੰਦਰ ਹੈ। ਰਜਾ ਦਾ ਮਤਲਬ ਸਿਸਟਮ, ਰਜਾ ਦਾ ਮਤਲਬ ਲਾ ਆਫ ਨੇਚਰ। ਅੱਗੇ ਗੁਰੂ ਅੰਗਦ ਪਾਤਸ਼ਾਹ ਜੀ ਦਾ ਪਾਵਨ ਸ਼ਲੋਕ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਕੋਠੜੀ ਦਾ ਮਤਲਬ ਰਹਿਣ ਦਾ ਨਿਵਾਸ। ਜਦੋਂ ਕਿਸੇ ਸ਼ਬਦ ਦੇ ਨਾਲ ਬਾਣੀ ਵਿੱਚ ਰਾੜਾ ਲੱਗਦਾ ਨਾ, ਰਾੜਾ, ਉਹਦਾ ਅਰਥ ਬਣ ਜਾਂਦਾ ਬੜਾ ਪਿਆਰਾ। ਜਿਵੇਂ ਸਿੱਖ ਦੇ ਨਾਲ ਰਾੜਾ ਲੱਗ ਗਿਆ ਤੇ ਸ਼ਬਦ ਬਣ ਗਿਆ ਸਿੱਖੜਾ। ਹੁਣ ਇੱਥੇ ਸਿੱਖੜਾ ਦਾ ਮਤਲਬ ਇਹ ਨਹੀਂ ਕਿ ਸਿੱਖ ਦਾ ਨਿਰਾਦਰ ਕਰ ਰਹੇ ਨੇ। ਜੋ ਦੀਸੈ ਗੁਰ ਸਿੱਖੜਾ, ਇਹਦਾ ਮਤਲਬ ਬਹੁਤ ਪਿਆਰਾ ਗੁਰੂ ਦਾ ਸਿੱਖ। ਹੁਣ ਇੱਥੇ ਕੋਠੜੀ ਰਾੜਾ ਲਾ ਰਹੇ ਨੇ। ਕੋਠੜੀ ਦਾ ਮਤਲਬ ਪ੍ਰਭੂ ਦਾ ਬੜਾ ਸੁੰਦਰ ਨਿਵਾਸ ਸਥਾਨ। ਕਿ ਇਹ ਜੋ ਜਗਤ ਤੁਸੀਂ ਵੇਖ ਰਹੇ ਹੋ, ਇਹ ਰੱਬ ਦਾ ਘਰ ਹੈ, ਬੜਾ ਸੋਹਣਾ। ਸੱਚੇ ਕਾ ਵਿਚਵਾਸ, ਉਸ ਰੱਬ ਦਾ ਇਸ ਸੰਸਾਰ ਦੇ ਅੰਦਰ ਨਿਵਾਸ ਹੈ। ਉਹ ਕਿਤੇ ਵੱਖਰੇ ਬ੍ਰਹਿਮੰਡ ਵਿੱਚ ਨਹੀਂ ਬੈਠਾ ਹੋਇਆ। ਉਹ ਕਿਤੇ ਵੱਖਰੇ ਸਵਰਗ ਜੰਨਤ ਵਿੱਚ ਨਹੀਂ ਬੈਠਾ। ਉਹ ਕਿਤੇ ਵੱਖਰੇ ਸੱਚਖੰਡ ਵਿੱਚ ਨਹੀਂ ਬੈਠਾ ਕਿ ਉੱਤੇ ਸੱਚਖੰਡ ਵੱਖਰਾ ਹੈ ਤੇ ਉੱਥੇ ਜਾ ਕੇ ਰੱਬ ਬਹਿ ਕੇ ਉੱਥੋਂ ਸੰਚਾਲਨ ਕਰ ਦੇਣਾ। ਸਾਫ਼ ਲਫ਼ਜ਼ਾਂ ਵਿੱਚ ਕਹਿ ਰਹੇ ਨੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਹਰ ਮੰਦਰ ਇਹ ਸ਼ਰੀਰ ਹੈ। ਇਹ ਸ਼ਰੀਰ ਹਰੀ ਦਾ ਮੰਦਰ ਹੈ ਜਿਹਦੇ ਵਿੱਚ ਉਹਦਾ ਨਿਵਾਸ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਘਟ ਘਟ ਮੈਂ ਹਰ ਜੂ ਵਸੈ, ਕੁਦਰਤ ਕਰਕੇ ਵਸਿਆ ਸੋਏ। ਇਹ ਸੰਸਾਰ ਰੱਬ ਦਾ ਨਿਵਾਸ ਸਥਾਨ ਹੈ। ਹਰ ਹਿਰਦੇ ਵਿੱਚ ਰੱਬ ਵਸ ਰਿਹਾ ਹੈ। ਜਦੋਂ ਤੁਸੀਂ ਕਿਸੇ ਨੂੰ ਗਾਲਾਂ ਕੱਢਦੇ ਹੋ ਤੇ ਰੱਬ ਨੂੰ ਹੀ ਗਾਲਾਂ ਕੱਢ ਰਹੇ ਹੁੰਦੇ ਹੋ। ਜਦੋਂ ਕਿਸੇ ਦੀਆਂ ਪੱਗਾਂ ਲਾਉਂਦੇ ਹੋ, ਰੱਬ ਦੀ ਹੀ ਲਾ ਰਹੇ ਹੁੰਦੇ ਹੋ। ਜਦੋਂ ਕਿਸੇ ਦਾ ਹਿਰਦਾ ਵਲੂੰਦਰ ਰਹੇ ਹੋ, ਚੁਗਲੀਆਂ ਕਰ ਰਹੇ ਹੋ, ਰੱਬ ਦੀਆਂ ਕਰ ਰਹੇ ਹੋ, ਕਿਉਂਕਿ ਸਭ ਹੈ ਘਟ ਰਾਮ ਬੋਲੇ। ਪਛਾਣੋ, ਆਪਣੀ ਵੈਲਿਊ ਨੂੰ ਪਛਾਣੋ। ਮਨ ਤੋਂ ਜੋਤ ਸਰੂਪ ਹੈ, ਆਪਣੀ ਪਹਿਚਾਨ ਕਰੋ। ਆਪਣੀ ਕੁਆਲਿਟੀ ਉਨੀ ਉੱਚੀ ਬਣਾਓ ਰੱਬ ਵਰਗੀ। ਇਕਨਾ ਹੁਕਮ ਸਮਾਏ ਲੈ, ਇਕਨਾ ਹੁਕਮੇ ਕਰੇ ਵਿਨਾਸ਼। ਇਕਨਾ ਦਾ ਮਤਲਬ ਕਈਆਂ ਨੂੰ। ਹੁਕਮ ਰਾਹੀਂ ਆਪਣੇ ਅੰਦਰ ਸਮਾ ਲੈਂਦਾ ਹੈ, ਆਪਣੇ ਅੰਦਰ ਮਿਲਾ ਲੈਂਦਾ ਹੈ। ਇਕਨਾ ਹੁਕਮੇ ਕਰੇ ਵਿਨਾਸ਼, ਤੇ ਕਈਆਂ ਦਾ ਹੁਕਮ ਦੇ ਅੰਦਰ ਹੀ ਉਹਨਾਂ ਦਾ ਆਤਮਿਕ ਜੀਵਨ ਵਿਨਾਸ਼ ਕਰ ਦਿੰਦਾ ਹੈ। ਹੁਣ ਇਹਦੇ ਵਿੱਚ ਰੱਬ ਦਾ ਕੋਈ ਦੋਸ਼ ਨਹੀਂ ਹੈ, ਕਿਉਂਕਿ ਹੁਕਮ, ਨਿਆਂ, ਨਿਯਮ, ਲਾ ਆਫ ਨੇਚਰ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੈ। ਮੇਰੇ ਤੇ ਵੀ, ਤੁਹਾਡੇ ਤੇ ਵੀ, ਬਾਬਿਆਂ ਤੇ ਵੀ, ਧਰਮੀ ਤੇ ਅਧਰਮੀ ਤੇ, ਸਾਰਿਆਂ ਤੇ ਇੱਕੋ ਜਿਹਾ ਹੈ। ਹੁਣ ਇੱਕ ਹੁਕਮ ਹੈ ਕਿ ਤੁਸੀਂ ਨਦੀ ਦੇ ਵਿੱਚ ਤੁਰਦੇ ਹੋ ਨਾ, ਤਰਦੇ ਹੋ,
ਜੇ ਤਰਨਾ ਆਉਂਦਾ ਹੈ ਤਾਂ ਨਦੀ ਪਾਰ ਕਰ ਜਾਓ, ਨਿਯਮ ਹੈ। ਜਿਹਨੂੰ ਤਰਨਾ ਆਉਂਦਾ ਉਹ ਪਾਰ ਕਰ ਜਾਏਗਾ। ਤੇ ਦੂਜਾ ਨਿਯਮ ਇਹ ਵੇ ਕਿ ਜਿਹਨੂੰ ਤਰਨਾ ਨਹੀਂ ਆਉਂਦਾ ਡੁੱਬੇਗਾ। ਹੁਣ ਡੁੱਬਣ ਵਾਲਾ ਵੀ ਨਿਯਮ ਵਿੱਚ ਡੁੱਬ ਰਿਹਾ ਹੈ, ਕਿਉਂਕਿ ਪਾਣੀ ਦਾ ਸੁਭਾਅ ਹੈ ਡੁੱਬਣਾ। ਤੇ ਦੂਜਾ ਨਿਯਮ ਹੈ ਜਿਹਨੂੰ ਤਰਨਾ ਆਉਂਦਾ ਹੈ ਉਹ ਪਾਰ ਹੋ ਜਾਏਗਾ। ਨਿਯਮ ਦੇ ਵਿੱਚ ਡੁੱਬਿਆ ਨਾ, ਰੱਬ ਨੇ ਨਹੀਂ ਡੁੱਬਿਆ। ਨਿਯਮ ਦੇ ਅੰਦਰ ਹੈ ਹਰ ਸ਼ੈ। ਇੱਕ ਨਿਯਮ ਹੈ ਕਿ ਜੋ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੇਗਾ, ਸੱਚੀ ਜ਼ਿੰਦਗੀ ਜੀਵੇਗਾ, ਉਹ ਸਚਿਆਰ ਹੋ ਜਾਏਗਾ। ਤੇ ਜਿਹੜਾ ਝੂਠ ਦੇ ਨਾਲ ਜੁੜੇਗਾ, ਇਹ ਨਿਯਮ ਹੈ ਕਿ ਝੂਠਾ ਤੇ ਕੂੜਿਆਰ ਹੋ ਜਾਏਗਾ, ਆਪਣੀ ਜ਼ਿੰਦਗੀ ਬਰਬਾਦ ਕਰ ਲੇਗਾ। ਉਹ ਬੰਦੇ ਨਹਾ ਰਹੇ ਸਨ ਤੇ ਇੱਕ ਬੰਦਾ ਡੁੱਬ ਚੱਲਿਆ। ਕਹਿੰਦੇ ਆ ਬੰਦਾ ਅੱਜ ਨਾ ਡੁੱਬ ਚੱਲਿਆ ਸੀ ਨਹਿਰ ਵਿੱਚ ਨਹਾਉਂਦਿਆਂ। ਕਹਿੰਦਾ ਕਿਉਂ? ਕਹਿੰਦਾ ਸਾਰੇ ਗਲ ਦੇ ਵਿੱਚ ਟਿਊਬਾਂ ਪਾ ਕੇ ਛਾਲ ਮਾਰ ਰਹੇ ਸਨ ਤੇ ਇਹਨੇ ਟਾਇਰ ਪਾ ਕੇ ਛਾਲ ਮਾਰ ਦਿੱਤੀ। ਹੁਣ ਗਲ ਦੇ ਵਿੱਚ ਟਾਇਰ ਪਾ ਕੇ ਛਾਲ ਮਾਰੋਗੇ ਡੁੱਬੋਗੇ ਨਾ। ਇਸ ਲਈ ਨਿਯਮ ਹੈ ਕਿ ਟਿਊਬ ਦੇ ਨਾਲ ਤਰੋਗੇ, ਟਾਇਰ ਗਲ ਦੇ ਵਿੱਚ ਪਾ ਕੇ ਛਾਲ ਮਾਰੋਗੇ ਡੁੱਬੋਗੇ। ਨਿਯਮ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਰਜ਼ਾ ਦਾ ਪਾਲਨ ਕਰਦੇ ਨੇ ਉਹ ਰੱਬ ਦੇ ਅੰਦਰ ਸਮਾ ਜਾਂਦੇ ਨੇ, ਜਿਹੜੇ ਨਿਯਮ ਤੋਂ ਉਲਟ ਚੱਲਦੇ ਨੇ ਉਹ ਡੁੱਬ ਜਾਂਦੇ ਨੇ। ਏਵ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ। ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਹਦੇ ਜੀਵਨ ਦਾ ਬੇੜਾ ਪਾਰ ਹੋਏਗਾ, ਕਿਹਦੇ ਜੀਵਨ ਦਾ ਬੇੜਾ ਪਾਰ ਹੋਏਗਾ, ਇਹ ਨਹੀਂ ਕਿਹਾ ਜਾ ਸਕਦਾ। ਇਹ ਕਿਹਾ ਜਾ ਸਕਦਾ ਹੈ ਕਿ ਜੋ ਹੁਕਮ ਦੇ ਅੰਦਰ ਤੁਰੇਗਾ ਉਹਦਾ ਜੀਵਨ ਦਾ ਬੇੜਾ ਪਾਰ ਹੋ ਜਾਏਗਾ, ਜਿਹੜਾ ਹੁਕਮ ਵਿੱਚ ਨਹੀਂ ਤੁਰੇਗਾ ਉਹਦਾ ਡੁੱਬ ਜਾਏਗਾ। ਹੁਣ ਅਸੀਂ ਸਾਰੇ ਇੰਨੇ ਸਾਰੇ ਬੈਠੇ ਆ ਨਾ, ਤਾਂ ਅਸੀਂ ਕਿਸੇ ਵਿਸ਼ੇਸ਼ ਬੰਦੇ ਦਾ ਨਾਮ ਲੈ ਕੇ ਇਹ ਨਹੀਂ ਕਹਿ ਸਕਦੇ ਕਿ ਇਹ ਬੰਦਾ ਕਾਮਯਾਬ ਹੋਏਗਾ ਨਾ। ਜਿਹੜਾ ਹੁਕਮ ਦੇ ਅੰਦਰ ਤੁਰੇਗਾ ਉਹ ਕਾਮਯਾਬ ਹੋ ਜਾਏਗਾ, ਜੋ ਨਹੀਂ ਤੁਰੇਗਾ ਉਹ ਨਹੀਂ ਹੋਏਗਾ। ਅਸੀਂ ਕਿਸੇ ਤੇ ਲਾਗੂ ਨਹੀਂ ਕਰ ਸਕਦੇ ਕਿ ਇਹ ਬੰਦਾ ਕਾਮਯਾਬ ਨਹੀਂ ਹੋ ਸਕਦਾ ਜਾਂ ਇਹ ਹੋ ਸਕਦਾ ਹੈ। ਕਿਸੇ ਦੇ ਸਰੀਰ ਕਰਕੇ, ਕਿਸੇ ਦੀ ਅਮੀਰੀ ਕਰਕੇ ਨਹੀਂ ਕਿਹਾ ਜਾ ਸਕਦਾ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪਰਦਾਸ। ਗੁਰੂ ਜੀ ਕਹਿੰਦੇ ਨੇ ਇਹ ਗੱਲ ਗੁਰਮੁਖ ਜਾਣੀਏ ਦਾ ਮਤਲਬ ਗੁਰੂ ਰਾਹੀਂ ਜਾਣੀ ਜਾ ਸਕਦੀ ਹੈ। ਗਿਆਨ ਗੁਰੂ ਦੀ ਅਗਵਾਈ ਦੇ ਵਿੱਚ ਜਾ ਸਕਦੀ ਹੈ, ਜਿਹਦੇ ਅੰਦਰ ਉਹ ਆਪਣੇ ਆਪੇ ਦਾ ਪ੍ਰਕਾਸ਼ ਕਰ ਦਿੰਦਾ ਹੈ। ਯਾਨੀ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ ਉਹਨਾਂ ਦੇ ਅੰਦਰ ਪ੍ਰਭੂ ਆਪਣਾ ਪ੍ਰਕਾਸ਼ ਕਰ ਦਿੰਦਾ ਹੈ। ਮੀਨਸ ਉਹਨਾਂ ਦੇ ਅੰਦਰ ਸੱਚ ਦਾ ਚਾਨਣਾ ਹੋ ਜਾਂਦਾ ਹੈ, ਦਇਆ ਦਾ ਚਾਨਣਾ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਰੱਬ ਦੇ ਗੁਣ ਪ੍ਰਗਟ ਹੋ ਜਾਂਦੇ ਨੇ। ਪ੍ਰਕਾਸ਼ ਦਾ ਮਤਲਬ ਰੱਬੀ ਗੁਣ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ। ਤੇ ਪੌੜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਮੈਂ 5 ਮਿੰਟ ਲੈ ਕੇ ਸਮਾਪਤੀ ਕਰ ਰਿਹਾ। ਨਾਨਕ ਜੀ ਉਪਾਏ ਕੈ ਲਿਖ ਨਾਵੇਂ ਧਰਮ ਬਹਾਲਿਆ। ਕਿ हे ਨਾਨਕ ਆਖ ਕਿ ਉਸ ਪ੍ਰਭੂ ਨੇ ਜੀਵ ਜੰਤ ਪੈਦਾ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਲੇਖਾ ਲਿਖਣ ਲਈ ਧਰਮ ਬਿਠਾ ਦਿੱਤਾ ਹੈ, ਜਿਹਨੂੰ ਅਸੀਂ ਧਰਮਰਾਜ ਕਹਿ ਦਿੰਦੇ ਹਾਂ। ਧਰਮਰਾਜ। ਹੁਣ ਧਰਮਰਾਜ ਉੱਤੇ ਨਹੀਂ ਬਿਠਾਇਆ। ਇਹ ਚੀਜ਼ ਸਮਝ ਲੈਣਾ ਇੱਥੇ ਧਰਮ ਦਾ ਅਰਥ ਕੀ ਹੈ, ਜਾਂ ਗੁਰਬਾਣੀ ਵਿੱਚ ਜਿਹਨੂੰ ਧਰਮਰਾਜ ਕਿਹਾ ਗਿਆ ਹੈ ਉਸ ਧਰਮਰਾਜ ਦਾ ਮੀਨਿੰਗ ਕੀ ਹੈ। ਕੀ ਸਾਡੇ ਸਿਰ ਦੇ ਉੱਤੇ ਬੈਠਾ ਹੋਇਆ ਹੈ? ਕੁਦਰਤ ਦਾ 52ਵਾਂ ਨਿਯਮ। ਗੁਰਬਾਣੀ ਵਿੱਚ ਧਰਮਰਾਜ ਦਾ ਮੀਨਿੰਗ ਹੈ ਕੁਦਰਤ ਦੇ 52ਵੇਂ ਨਿਯਮ, ਲਾ ਆਫ ਨੇਚਰ। ਇਹ ਲੇਖਾ ਲਿਖਣ ਵਾਸਤੇ ਸਾਡੇ ਸਿਰ ਤੇ ਬੈਠਾ ਹੈ। ਨਿਯਮਾਵਲੀ ਦੇ ਅੰਦਰ, ਸਿਸਟਮ ਦੇ ਅੰਦਰ ਲੇਖ ਲਿਖੇ ਜਾ ਰਹੇ ਨੇ। ਕਿਵੇਂ? ਜਿਵੇਂ ਸਾਡੇ ਮਨ ਦੇ ਅੰਦਰ ਕੋਈ ਕਲਪਨਾ ਪੈਦਾ ਹੋਈ, ਫਿਰ ਸਾਡੇ ਅੰਦਰ ਮਨ ਦੇ ਅੰਦਰ ਵਿਚਾਰ ਇੱਕ ਪੈਦਾ ਹੋਇਆ, ਉਹ ਵਿਚਾਰ ਨੂੰ ਅਸੀਂ ਬਾਰ-ਬਾਰ ਦੁਹਰਾਇਆ, ਉਹ ਵਿਚਾਰ ਸਾਡਾ ਸੰਸਕਾਰ ਬਣ ਗਿਆ, ਅੰਦਰ ਲਿਖਿਆ ਗਿਆ। ਜਦੋਂ ਅਸੀਂ ਇਸ ਕੰਮ ਨੂੰ ਬਾਰ-ਬਾਰ ਕੀਤਾ ਤੇ ਉਹ ਨਿਊਰੋਪਾਥ ਬਣ ਗਿਆ ਸਾਡੇ ਅੰਦਰ, ਸਾਡੀ ਆਦਤ ਬਣ ਗਈ ਤੇ ਉਸ ਆਦਤ ਮੁਤਾਬਕ ਅਸੀਂ ਜ਼ਿੰਦਗੀ ਜੀਵੀ ਤੇ ਉਹਨਾਂ ਕਰਮਾਂ ਅਨੁਸਾਰ ਸਾਨੂੰ ਫਲ ਮਿਲਿਆ। ਤਾਂ ਇਹ ਸਾਡਾ ਸੁਭਾਅ ਕਿਵੇਂ ਬਣ ਗਿਆ? ਕੁਦਰਤ ਦੇ ਅੰਦਰ ਇਹ ਲੇਖਾ ਲਿਖਿਆ ਗਿਆ ਸਿਸਟਮ ਦੇ ਵਿੱਚ। ਕੁਦਰਤ ਹਰ ਇਨਸਾਨ ਦੇ ਕਰਮਾਂ ਨੂੰ ਵਾਚ ਰਹੀ ਹੈ। ਜੋ 52ਵਾਂ ਨੇਮ ਹੈ ਨਾ ਉਹ ਵਾਚ ਰਿਹਾ ਹੈ। ਇੱਕ ਬੱਚਾ ਸਕੂਲ ਵਿੱਚ ਗਿਆ, ਉਹਨੇ 95% ਜਾਂ 99% ਨੰਬਰ ਲੈ। ਦੂਜਾ ਬੱਚਾ ਉਸੇ ਕਲਾਸ ਵਿੱਚ ਜਾਂਦਾ, ਉਹ ਫੇਲ ਹੋ ਗਿਆ। ਤਾਂ ਇਹ ਕੁਦਰਤ ਨੇ ਧਰਮਰਾਜ ਬਿਠਾਇਆ ਹੈ ਸਿਸਟਮ ਸਾਡੇ ਸਿਰ ਤੇ, ਕਿਉਂਕਿ ਉਸ ਬੱਚੇ ਨੇ 99% ਵਾਲੇ ਨੇ ਮਿਹਨਤ ਕੀਤੀ, ਦਿਨ ਰਾਤ ਤੋਂ ਪੜ੍ਹਿਆ, ਪੜ੍ਹਾਈ ਵਿੱਚ ਮਨ ਲਾਇਆ, ਉਹਨੇ ਪੇਪਰ ਦਿੱਤੇ, ਉਹ ਪਾਸ ਹੋ ਗਿਆ। ਕੁਦਰਤ ਦੇ ਵਿੱਚ ਲੇਖਾ ਲਿਖਿਆ ਗਿਆ ਨਾ ਪਾਸ ਹੋਣ ਦਾ। ਤੇ ਦੂਜਾ ਬੰਦਾ ਹੈ, ਉਹਨੇ ਮਿਹਨਤ ਨਹੀਂ ਕੀਤੀ, ਪਬਜੀ ਗੇਮ ਖੇਡਦਾ ਰਿਹਾ, YouTube ਤੇ ਫਿਲਮਾਂ ਦੇਖਦਾ ਰਿਹਾ,
ਤੇ ਜਿੱਦਨ ਪੇਪਰ ਆਇਆ ਉੱਥੇ ਫਿਰ ਪਬਜੀ ਤੇ ਨਹੀਂ ਨਾ ਚੱਲਣਾ, ਫੇਲ ਹੋ ਗਿਆ। ਤਾਂ ਇਹ ਨੇਮ ਜਿਹੜਾ ਹੈ, ਵੱਜਵਾਂ ਨਿਯਮ, ਇਹ ਧਰਮਰਾਜ, ਇਹ ਸਾਰਿਆਂ ਦੇ ਸਿਰ ਤੇ ਬੈਠਾ ਹੈ। ਔਰ ਕਿਸੇ ਵੀ ਬੰਦੇ ਦਾ ਕੋਈ ਵੀ ਕੀਤਾ ਹੋਇਆ ਕਰਮ ਬੇਕਾਰ ਨਹੀਂ ਜਾਏਗਾ, ਉਹਨੂੰ ਸਜ਼ਾ ਜਾਂ ਉਹਦਾ ਚੰਗਾ ਮਾੜਾ ਫਲ ਮਿਲੇਗਾ ਐਸੇ ਜ਼ਿੰਦਗੀ ਵਿੱਚ। ਈਰਖਾ ਕਰੋਗੇ ਅੰਦਰੇ ਅੰਦਰ ਸੜਦੇ ਰਹੋਗੇ, ਨਾਲ ਦੇ ਨਾਲ ਫਲ ਮਿਲੇਗਾ। ਪਿਆਰ ਕਰੋਗੇ ਅੰਦਰੇ ਅੰਦਰ ਖੁਸ਼ ਰਹੋਗੇ, ਨਾਲ ਦੇ ਨਾਲ ਫਲ ਮਿਲੇਗਾ। ਹੰਕਾਰ ਕਰੋਗੇ ਤੁਹਾਨੂੰ ਇਸ ਦੁਨੀਆ ਚੋਂ ਮਾਨ ਆਦਰ ਨਹੀਂ ਮਿਲੇਗਾ, ਲੋਕ ਤੁਹਾਡੇ ਨਾਲੋਂ ਕੱਟਣਗੇ। ਨਿਮਰਤਾ ਪਿਆਰ ਦੇ ਨਾਲ ਰਹੋਗੇ, ਲੋਕ ਤੁਹਾਨੂੰ ਸਤਿਕਾਰ ਦੇਣਗੇ। ਇਹ ਨਿਯਮ ਸਭ ਦੇ ਸਿਰ ਦੇ ਉੱਤੇ ਬੈਠਾ ਹੈ। ਉਥੇ ਸੱਚੇ ਹੀ ਸੱਚ ਨਿਬੜੇ, ਚੁਣ ਵਕ ਕੱਢੇ ਜਜਮਾਲਿਆ। ਉਥੇ ਦਾ ਮਤਲਬ ਜਿੱਥੇ ਸੱਚ ਦੇ ਬੇਸ ਤੇ ਫੈਸਲੇ ਹੁੰਦੇ ਨੇ, ਇੱਥੇ ਸੱਚ ਦੇ ਬੇਸ ਤੇ ਫੈਸਲੇ ਹੁੰਦੇ ਨੇ ਔਰ ਸੱਚੋ ਹੀ ਸੱਚ ਨਿਬੜਦਾ ਹੈ। ਜਿਹੜੇ ਜਜਮਾਲਿਆ ਦਾ ਮਤਲਬ ਢੋਂਗੀ ਪਖੰਡੀ ਨੇ, ਉਹਨਾਂ ਨੂੰ ਵਕ ਕੱਢ ਦਿੱਤਾ ਜਾਂਦਾ ਹੈ। ਭਾਵ ਉਹ ਵੱਖਰੇ ਹੋ ਜਾਂਦੇ ਨੇ। ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀ। ਧਰਮ ਕਮਾਉਣ ਵਾਲਿਆਂ ਨੂੰ ਧਰਮੀ, ਪਾਪ ਕਮਾਉਣ ਵਾਲਿਆਂ ਨੂੰ ਪਾਪੀ ਕਹਿੰਦੇ ਆ। ਦੇਖ ਲਓ, ਭਗਤ ਪੂਰਨ ਸਿੰਘ ਦੀ ਸਾਰੇ ਲੋਕ ਸਿਫਤ ਕਰਦੇ ਨੇ, ਤੇ ਸਾਡੇ ਸਮੇਂ ਦੇ ਮੁੱਖ ਮੰਤਰੀ ਬੇਸ਼ੱਕ ਜਿੰਨੇ ਮਰਜ਼ੀ ਹੋਣ, ਅਸੀਂ ਉਹਨਾਂ ਦੀ ਮਿੱਟੀ ਪਲੀਤ ਕਰਦੇ ਹਾਂ। ਕਾਰਨ ਤੁਹਾਡੇ ਸਾਹਮਣੇ ਹੈ। ਇਸੇ ਨੂੰ ਧਰਮਰਾਜ ਕਹਿੰਦੇ ਨੇ, ਇਸੇ ਨੂੰ ਕਚਹਿਰੀ ਕਹਿੰਦੇ ਨੇ। ਸਾਡੇ ਆਪਣੇ ਦੋ ਬੱਚੇ ਨੇ, ਇੱਕ ਬੱਚੇ ਨੂੰ ਅਸੀਂ ਬੜਾ ਪਿਆਰ ਕਰਨੇ ਆ ਤੇ ਦੂਜੇ ਨੂੰ ਅਸੀਂ ਨਹੀਂ ਕਰਦੇ। ਰੀਜਨ ਕਿ ਇੱਕ ਵਿੱਚ ਚੰਗਿਆਈਆਂ ਨੇ, ਇੱਕ ਵਿੱਚ ਬੁਰਾਈਆਂ ਨੇ। ਇਸੇ ਨੂੰ ਕਹਿੰਦੇ ਨੇ ਚੁਣ ਵਕ ਕੱਢੇ ਜਜਮਾਲਿਆ। ਸਾਡੇ ਕਈ ਰਿਸ਼ਤੇਦਾਰ ਨੇ, ਉਹਨਾਂ ਦੇ ਕੋਲ ਅਸੀਂ ਮਿਲਣ ਵੀ ਜਾਂਦੇ ਹਾਂ, ਉਹਨਾਂ ਨੂੰ ਵਿਆਹ ਦੇ ਵਿੱਚ, ਸ਼ਾਦੀ ਵਿੱਚ ਸੱਦਦੇ ਵੀ ਹਾਂ। ਤੇ ਕਈ ਰਿਸ਼ਤੇਦਾਰ ਐਸੇ ਨੇ, ਉਹਨਾਂ ਨੂੰ ਅਸੀਂ ਬੁਲਾਉਂਦੇ ਨਹੀਂ। ਦੂਜਾ ਵੀ ਬੁਲਾਇਆ ਤੇ ਉਹਨੂੰ ਕਹਿੰਦੇ ਆ ਯਾਰ ਉਹਨੂੰ ਨਾ ਬੁਲਾਈ, ਉਹ ਆਣ ਕੇ ਕਲੇਸ਼ ਪਾਏਗਾ। ਇਸੇ ਨੂੰ ਕਹਿੰਦੇ ਨੇ ਚੁਣ ਵਕ ਕੱਢੇ ਜਜਮਾਲਿਆ। ਕਿਉਂਕਿ ਰੱਬ ਦੇ ਦਰ ਦੇ ਉੱਤੇ, ਜਿਹੜਾ ਇਹ ਸੰਸਾਰ ਰੱਬ ਦਾ ਦਰ ਸਾਰਾ ਉਹਦਾ ਘਰ ਹੈ ਨਾ, ਇੱਥੇ ਸੱਚ ਦੇ ਬੇਸ ਦੇ ਉੱਤੇ ਫੈਸਲੇ ਹੁੰਦੇ ਨੇ। ਤੇ ਬੇਨਤੀ ਕਰਾਂ, ਜਦੋਂ ਅਸੀਂ ਇਸ ਪੰਕਤੀ ਨੂੰ ਸਮਝਾਂਗੇ ਨਾ, ਸੱਚੇ ਹੋਵਾਂਗੇ, ਤਾਂ ਫਿਰ ਸਾਡੀਆਂ ਅਦਾਲਤਾਂ ਵਿੱਚ ਵੀ ਸੱਚ ਦੇ ਬੇਸ ਦੇ ਉੱਤੇ ਫੈਸਲੇ ਹੋਣ ਲੱਗ ਪੈਣਗੇ। ਲੋਕ ਝੂਠ ਨਾਲ ਜੁੜੇ ਨੇ, ਅੱਜ ਤੱਕ ਸਾਨੂੰ ਨਿਆਂ ਨਹੀਂ ਮਿਲ ਪਾਇਆ, ਜਾਂ ਸਹੀ ਪਿਆਰੇ ਤੇ ਬੰਦੇ ਨੂੰ ਨਿਆਂ ਨਹੀਂ ਮਿਲਦਾ। ਉਹਦਾ ਰੀਜ਼ਨ ਇਹ ਹੈ ਕਿ ਸੱਚ ਦੇ ਬੇਸ ਤੇ ਫੈਸਲੇ ਨਹੀਂ ਹੋ ਰਹੇ। ਜਦੋਂ ਬੰਦਾ ਇਸ ਚੀਜ਼ ਨੂੰ ਸਮਝੇਗਾ, ਐਸੀ ਜ਼ਿੰਦਗੀ ਬਣੇਗੀ, ਫਿਰ ਅਸੀਂ ਵੀ ਸੱਚ ਦੇ ਬੇਸ ਦੇ ਉੱਤੇ ਫੈਸਲੇ ਕਰਾਂਗੇ, ਇੱਕ ਦੂਜੇ ਦੇ ਨਾਲ ਨਿਰਵੈਰ ਹੋ ਕੇ ਵਰਤਾਂਗੇ। ਖਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਜਿਹੜੇ ਕੂੜਿਆਰ ਨੇ, ਜਿਨ੍ਹਾਂ ਦੇ ਅੰਦਰ ਕਾਮ ਕ੍ਰੋਧ ਹੈ, ਈਰਖਾ ਦਵੇਸ਼ ਹੈ, ਵੈਰ ਵਿਰੋਧ ਨੇ, ਉਹਨਾਂ ਨੂੰ ਫਿਰ ਟਿਕਾਣਾ ਨਹੀਂ ਮਿਲਦਾ। ਉਹਨਾਂ ਨੂੰ ਰੱਬੀ ਦਰ ਤੇ ਟਿਕਾਣਾ ਨਹੀਂ ਮਿਲਦਾ, ਯਾਨੀ ਉਹ ਇਸ ਕਸਵੱਟੀ ਦੇ ਉੱਤੇ ਪੂਰੇ ਨਹੀਂ ਉਤਰਦੇ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ, ਉਹਨਾਂ ਦਾ ਮੂੰਹ ਕਾਲਾ ਹੋ ਜਾਂਦਾ। ਇਹ ਨਹੀਂ ਕਿ ਕਾਲਖ ਲਾ ਕੇ ਮੂੰਹ ਤੇ ਮਲਦੇ ਨੇ। ਕਾਲੇ ਮੂੰਹ ਦਾ ਮਤਲਬ ਉਹਨਾਂ ਨੂੰ ਨਮੋਸ਼ੀ ਹੁੰਦੀ ਹੈ, ਬਦਨਾਮੀ ਹੁੰਦੀ ਹੈ, ਨਿਰਾਦਰ ਹੁੰਦਾ ਹੈ। ਦੋਜਕ ਚਾਲਿਆ, ਦੋਜਕ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਉਹ ਨਰਕ ਵਿੱਚ ਆਉਂਦੇ ਨੇ। ਐਸੇ ਜ਼ਿੰਦਗੀ ਵਿੱਚ ਉਹ ਨਰਕ ਵਿੱਚ ਪੈ ਜਾਂਦੇ ਨੇ। ਆਪਾਂ ਉਸ ਦਿਨ ਵਿਚਾਰ ਕੀਤੀ ਸੀ ਨਾ, ਨਰਕ ਕੀ ਹੈ? ਔਗਣਾ ਵਾਲੀ ਜ਼ਿੰਦਗੀ ਜੀਣੀ ਨਰਕ ਹੈ। ਉਹ ਆਪਣੇ ਜੀਵਨ ਨੂੰ ਨਰਕ ਬਣਾ ਲੈਂਦੇ ਨੇ। ਉਹਨਾਂ ਨੂੰ ਇਸ ਦੁਨੀਆ ਵਿੱਚ ਨਮੋਸ਼ੀ ਦਾ ਘਰ ਵੇਖਣਾ ਪੈਂਦਾ ਹੈ। ਉਹਨਾਂ ਨੂੰ ਇਸ ਜੀਵਨ ਵਿੱਚ ਨਮੋਸ਼ੀ ਦਾ ਘਰ ਵੇਖਣਾ ਪੈਂਦਾ ਹੈ। ਆਪਣੇ ਜੀਵਨ ਨੂੰ ਦੁੱਖਾਂ ਦਾ ਘਰ ਬਣਾ ਲੈਂਦੇ ਨੇ। ਉਹ ਇਸ ਜੀਵਨ ਦੇ ਵਿੱਚ ਹੀ ਨਮੋਸ਼ੀ ਦਾ ਮੂੰਹ ਵੇਖਦੇ ਹੋਏ ਨਰਕ ਵਿੱਚ ਪੈ ਜਾਂਦੇ ਨੇ, ਘੋਰ ਦੁੱਖ ਸਹਿੜ ਲੈਂਦੇ ਨੇ, ਆਪਣੇ ਜੀਵਨ ਨੂੰ ਵਿਕਾਰੀ ਬਣਾ ਲੈਂਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਹਨ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਤੇਰੇ ਨਾਏ ਰੱਤੇ, ਜਿਹੜੇ ਤੇਰੇ ਗੁਣਾਂ ਦੇ ਅੰਦਰ ਰੰਗੇ ਗਏ, ਜਿਨ੍ਹਾਂ ਨੇ ਆਪਣੀ ਮੈਂਟੈਲਿਟੀ, ਮਾਨਸਿਕਤਾ, ਬੋਲਾਂ ਔਰ ਵਿਹਾਰ ਨੂੰ ਤੇਰੇ ਗੁਣਾਂ ਦੇ ਪ੍ਰੇਮ ਨਾਲ ਰੰਗ ਲਿਆ, ਸੇ ਜਿਣ ਗਏ, ਉਹ ਜੀਵਨ ਬਾਜੀ ਨੂੰ ਜਿੱਤ ਗਏ। ਉਹਨਾਂ ਦਾ ਜੀਵਨ ਮੁਬਾਰਕ ਹੋ ਗਿਆ। ਹਾਰ ਗਏ ਸੇ ਠੱਗਣ ਵਾਲਿਆ, ਤੇ ਜਿਹੜੇ ਲੋਕਾਂ ਨੂੰ ਠੱਗਣ ਵਾਲੇ ਨੇ, ਚਲਾਕੀਆਂ ਕਰਨ ਵਾਲੇ ਨੇ, ਅੰਦਰੋਂ ਹੋਰ ਨੇ, ਬਾਹਰੋਂ ਹੋਰ ਨੇ, ਜੋ ਤੇਰੀ ਕੁਦਰਤ ਦੇ ਨਿਯਮਾਂ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਉਹ ਹਾਰ ਗਏ। ਉਹਨਾਂ ਨੇ ਆਪਣੀ ਜੀਵਨ ਬਾਜੀ ਨੂੰ ਹਾਰ ਲਿਆ। ਉਹ ਆਪਣੇ ਜੀਵਨ ਬਾਜੀ ਨੂੰ ਕੌਡੀਆਂ ਘੱਟੇ ਗਵਾ ਗਏ। ਲਿਖ ਨਾਵੇਂ ਧਰਮ ਬਹਾਲਿਆ। ਗੁਰੂ ਜੀ ਕਹਿੰਦੇ ਨੇ, ਜੀਵਾਂ ਦਾ ਲੇਖਾ ਲਿਖਣ ਲਈ ਇਹਨਾਂ ਦੇ ਸਿਰ ਦੇ ਉੱਤੇ ਧਰਮ ਦਾ ਮਤਲਬ ਜੋ ਕੁਦਰਤ ਦਾ ਵੱਜਵਾਂ ਨਿਯਮ ਹੈ ਉਹਨੂੰ ਬਿਠਾ ਦਿੱਤਾ। ਭਾਵ ਕਿ ਪੂਰੀ ਦੁਨੀਆ ਦਾ ਹਰ ਜੀਵ ਜੰਤ ਕੁਦਰਤ ਦੇ ਵੱਜਵੇਂ ਨੇਮਾਂ ਦੇ ਅੰਦਰ ਕੰਮ ਕਰ ਰਿਹਾ ਹੈ। ਉਹਨਾਂ ਨੇਮਾਂ ਤੋਂ ਕੋਈ ਨਹੀਂ ਬਚ ਸਕਦਾ, ਨਾ ਕੋਈ ਅਮੀਰ, ਨਾ ਕੋਈ ਗਰੀਬ,
ना कोई पढ़िया, ना कोई अनपढ़, ना इस्त्री, ना पुरुष, ना राजा, ना प्रजा। इन्हां नेमां तो बाहर कोई नहीं जा सकता, इन्हां नेमां तो कोई बच नहीं सकता। इन्हां नेमां दे अंदर ही रहना पवेगा। जे सुख चाहते हाँ ਤਾਂ ਸਾਨੂੰ ਸੱਚ ਦਾ ਰਾਹ ਅਪਣਾਉਣਾ ਪਵੇਗਾ, ਔਰ ਜੇ ਅਸੀਂ ਦੁੱਖ ਚਾਹੁੰਦੇ ਹਾਂ ਤਾਂ ਫਿਰ ਤਾਂ ਭਾਈ ਝੂਠ ਦਾ ਰਾਸਤਾ ਤਾਂ ਆਮ ਬੰਦੇ ਨੇ ਅਪਣਾਇਆ ਹੀ ਹੋਇਆ ਹੈ ਨਾ। ਇਸ ਲਈ ਜ਼ਰੂਰਤ ਹੈ ਕਿ ਕੁਦਰਤ ਦੀ ਜੋ ਇਹ ਬਣਤਰ ਹੈ, ਇਹਦੇ ਅੰਦਰ ਰੰਚਕ ਮਾਤਰ ਵੀ ਉਕਾਈ ਨਹੀਂ ਹੈ। ਇਹਦੇ ਅੰਦਰ ਪ੍ਰਭੂ ਪਰਮਾਤਮਾ ਆਪ ਸਭ ਜੀਵ ਜਨਤਾ ਦੇ ਅੰਦਰ ਵਸ ਰਿਹਾ ਹੈ। ਪੂਰੇ ਸੰਸਾਰ ਦੇ ਅੰਦਰ ਕੁਦਰਤ ਦੇ ਵਜਵੇਂ ਨੇਮ ਕੰਮ ਕਰ ਰਹੇ ਨੇ। ਜੋ ਉਹਨਾਂ ਨੇਮਾਂ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹ ਆਪਣੇ ਜੀਵਨ ਨੂੰ ਜਿੱਤ ਜਾਂਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਤੇ ਜੋ ਇਹਨਾਂ ਰੱਬੀ ਨਿਯਮਾਂ ਨੂੰ ਤੋੜਦਾ ਹੈ, ਵਿਕਾਰਾਂ ਦੇ ਵਿੱਚ ਖਚਤ ਹੋ ਜਾਂਦਾ ਹੈ, ਉਹ ਆਪਣੇ ਜੀਵਨ ਨੂੰ ਬਰਬਾਦ ਕਰ ਜਾਂਦਾ ਹੈ। ਮੈਂ ਇੱਥੇ ਹੀ ਖਿਮਾ ਦਾ ਜਾਚਕ ਹਾਂ। ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਵੇ ਅੱਜ ਦੇ ਇਸ ਸੰਦਰਭ ਦੇ ਅੰਦਰ, ਤਾਂ ਉਹ ਆਪਣਾ ਸਵਾਲ ਵੀ ਕਰ ਸਕਦਾ ਹੈ ਔਰ ਆਪਣੇ ਵਿਊਜ਼ ਵੀ ਦੇ ਸਕਦਾ ਹੈ। ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ। ਹੁਣ ਸਰਦਾਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਉਹ ਅਗਲੀ ਕਾਰਵਾਈ ਕਰਨਗੇ। ਭਾਈ ਜਤਿੰਦਰ ਸਿੰਘ ਜੀ ਔਰ ਹੋਰ ਜੋ ਵੀਰ ਭਰਾ ਇਹਨਾਂ ਦੇ ਸੰਗੀ ਸਾਥੀ ਵੀ ਜੁੜੇ ਨੇ, ਉਹਨਾਂ ਸਾਰਿਆਂ ਦਾ ਔਰ ਬਾਕੀ ਸਾਰੀਆਂ ਕਲਾਸ ਦੀਆਂ ਵੀਰਾਂ ਭੈਣਾਂ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ। ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ। ਹਮੇਸ਼ਾ ਦੀ ਤਰ੍ਹਾਂ ਆਪ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਦੀ ਕਥਾ ਕੀਤੀ ਹੈ। ਤੇ ਦੂਸਰੀ ਪੌੜੀ ਮਹਾਰਾਜ ਦੀ ਜਿਹੜੀ ਅਗੰਮੀ ਬਾਣੀ ਆਸਾ ਕੀ ਵਾਰ ਬਹੁਤ ਡਿਟੇਲ ਦੇ ਵਿੱਚ